ਹੈਲੋ ਦੋਸਤੋ, ਸਿੱਧੀ ਪੰਜਾਬ ਦੇ ਇਸ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਤਾਂ ਪੰਜਾਬ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਦੀ ਤਿਆਰੀ ਲਈ ਸਿੱਧੀ ਪੰਜਾਬ ਚੈਨਲ ਜਿਹੜਾ ਹੈ ਕਰੰਟ ਅਫੇਅਰਸ ਦਾ ਇਹ ਇਨੀਸ਼ੀਏਟਿਵ ਸ਼ੁਰੂ ਕਰ ਰਿਹਾ ਹੈ, ਜਿਸ ਵਿੱਚ ਅਸੀਂ ਹਰ ਰੋਜ਼ ਪੰਜਾਬ ਸਪੈਸਿਫਿਕ ਕਰੰਟ ਅਫੇਅਰਸ ਡਿਸਕਸ ਕਰਨ ਵਾਲੇ ਹਾਂ। ਨਾਲ ਹੀ ਜਿਹੜਾ ਵੀ ਕੋਈ ਇੰਪੋਰਟੈਂਟ ਸਟੈਟਿਕ ਟੌਪਿਕ ਜਿਹੜਾ ਹੈ ਕਰੰਟ ਅਫੇਅਰਸ 'ਚ ਅਪੀਅਰ ਹੋਊਗਾ ਉਹਨੂੰ ਵੀ ਆਪਾਂ ਡਿਸਕਸ ਕਰਾਂਗੇ। ਠੀਕ ਹੈ ਜੀ, ਚਲੋ ਫਿਰ ਡਿਸਕਸ਼ਨ ਸ਼ੁਰੂ ਕਰਦੇ ਹਾਂ। ਅੱਜ 15 ਦਸੰਬਰ ਹੈ। ਅੱਜ 15 ਦਸੰਬਰ ਨੂੰ ਆਹ 5 ਇੰਪੋਰਟੈਂਟ ਟੌਪਿਕ ਜਿਹੜੇ ਆਪਾਂ ਡਿਸਕਸ ਕਰਨ ਵਾਲੇ ਹਾਂ, ਜਿਸ 'ਚ ਆਪਾਂ ਫ੍ਰੀ ਟਰੈਵਲ ਫॉर ਔਮਨ ਦੀ ਸਕੀਮ ਦੇ ਬਾਰੇ ਡਿਸਕਸ਼ਨ ਕਰਾਂਗੇ। CSR ਫੰਡਿੰਗ ਔਨ ਡਿਕਲਾਈਨ ਇਹ ਤੇ ਵੀ ਆਪਾਂ ਡਿਸਕਸ਼ਨ ਕਰਾਂਗੇ। CSR ਬਹੁਤ ਹੀ ਇੰਪੋਰਟੈਂਟ ਹੈ। ਪੰਜਾਬ PCS PPSC ਨੇ 2012 ਚ ਆਲਰੇਡੀ ਇਹ ਤੇ ਇੱਕ ਮੇਨਸ ਚ ਕੁਐਸਚਨ ਪੁੱਛਿਆ ਹੈ, ਤਾਂ ਇਹ ਬਹੁਤ ਹੀ ਇੰਪੋਰਟੈਂਟ ਸਕੀਮ ਹੈ। ਇਸ ਲਈ ਆਪਾਂ ਇਹ ਤੇ ਜੋ ਵੀ ਨਿਊਜ਼ ਚ ਆਇਆ ਉਹ ਵੀ ਡਿਸਕਸ ਕਰਾਂਗੇ ਤੇ ਸਟੈਟਿਕ CSSR ਕੀ ਹੁੰਦੀ ਹੈ ਇਹ ਵੀ ਡਿਸਕਸ ਕਰਾਂਗੇ। ਠੀਕ ਹੈ ਜੀ। ਦੈਨ MP ਲੈਡ ਸਕੀਮ, ਸਨੀ ਦਿਓਲ ਜੋ ਕਿ ਤੁਸੀਂ ਜਾਣਦੇ ਹੀ ਹੋ ਗੁਰਦਾਸਪੁਰ ਦੇ MP ਨੇ, ਉਥੋਂ ਕਿਆ ਇਸ਼ੂਜ਼ ਇਹਨਾਂ ਦੇ ਦੁਆਰਾ ਹੋ ਰਹੇ ਨੇ ਇਸ ਸਕੀਮ ਦੇ ਅੰਦਰ ਉਹ ਡਿਸਕਸ ਕਰਾਂਗੇ। MP ਲੈਡਸ ਹੈ ਕੀ, ਇਹ ਸਭ ਡਿਟੇਲ ਜਿਸ 'ਚ ਡਿਸਕਸ ਕਰਾਂਗੇ। ਠੀਕ ਹੈ ਜੀ। ਉਹ ਤੋਂ ਬਾਅਦ ਪੰਜਾਬ ਦਾ ਕ੍ਰਾਈਮ ਰੇਟ ਦਾ ਕੁਝ ਡਾਟਾ ਪਾਰਲੀਮੈਂਟ 'ਚ ਪ੍ਰੈਜ਼ੈਂਟ ਕੀਤਾ ਗਿਆ ਹੈ, ਇਹ ਡਾਟਾ ਵੀ ਨੋਟ ਡਾਊਨ ਕਰਾਂਗੇ ਤਾਂ ਕਿ ਆਪਾਂ ਆਨਸਰਸ ਅੱਛੇ ਲਿਖ ਸਕੀਏ। ਫਾਈਨਲੀ ਪੰਜਵਾਂ ਟੌਪਿਕ ਹੈ ਸ਼ਹੀਦੀ ਜੋੜ ਮੇਲਾ, ਇੰਪੋਰਟੈਂਟ ਟੌਪਿਕ ਫॉर योर ਕਲਚਰਲ ਪਾਰਟ, ਪ੍ਰੀ ਜਾਂ ਮੇਨਸ ਦੋਨਾਂ 'ਚ ਪੁੱਛਿਆ ਜਾ ਸਕਦਾ ਹੈ, ਤਾਂ ਇਸੇ ਲਈ ਇਹ ਵੀ ਆਪਾਂ ਡਿਟੇਲ 'ਚ ਡਿਸਕਸ਼ਨ ਕਰਾਂਗੇ। ਠੀਕ ਹੈ ਜੀ। ਚਲੋ ਫਿਰ ਡਿਸਕਸ਼ਨ ਸ਼ੁਰੂ ਕਰਦੇ ਹਾਂ। ਪਹਿਲਾ ਟੌਪਿਕ ਜਿਹੜਾ ਅੱਜ ਅਸੀਂ ਡਿਸਕਸ ਕਰਨ ਵਾਲੇ ਹਾਂ ਉਹ ਤੁਹਾਡਾ ਰਿਲੇਟਡ ਹੈ ਟੂ ਦ ਫ੍ਰੀ ਟਰੈਵਲ ਫॉर ਔਮਨ ਸਕੀਮ। ਠੀਕ ਹੈ ਜੀ। ਤੁਸੀਂ ਸਭ ਜਾਣਦੇ ਹੋ ਕਿ ਗਵਰਨਮੈਂਟ ਨੇ ਕੁਝ ਸਾਲ ਪਹਿਲਾਂ ਫ੍ਰੀ ਟਰੈਵਲ ਫॉर ਔਮਨ ਦੀ ਇਹ ਸਕੀਮ ਲਾਗੂ ਕੀਤੀ ਥੀ। ਇਹ ਸਾਰੀਆਂ ਸਕੀਮਸ ਤੁਹਾਨੂੰ ਪਤਾ ਹੀ ਹੈ ਕਿ ਗਵਰਨਮੈਂਟ ਲਾਂਚ ਕਰਦੀ ਹੈ ਇਸ ਵਿਜ਼ਨ ਨਾਲ ਕਿ ਲੋਕ ਕਲਿਆਣ ਹੋ ਸਕੇ, ਲੋਕ ਭਲਾਈ ਹੋ ਸਕੇ। ਬਟ ਇਹ ਜੀ ਸਕੀਮਸ ਫ੍ਰੀ ਟਰੈਵਲ ਦਾ ਸਕੀਮ, ਯਾਨੀ ਕਿ ਇਹਨੂੰ ਤੁਸੀਂ ਕਹਿ ਸਕਦੇ ਹੋ ਕਿ ਫ੍ਰੀਬੀਜ਼ ਦੀ ਸਕੀਮ। ਫ੍ਰੀਬੀਜ਼ ਦਾ ਮਤਲਬ ਜਿੱਥੇ ਸਰਵਿਸਿਜ਼ ਜਾਂ ਗੁੱਡਸ ਗਵਰਨਮੈਂਟ ਜਿਹੜੀਆਂ ਫ੍ਰੀ ਆਫ ਕਾਸਟ ਪ੍ਰੋਵਾਈਡ ਕਰ ਰਹੀ ਹੈ। ਠੀਕ ਹੈ ਜੀ। ਤਾਂ ਫਿਰ ਇਹ ਜੀ ਫ੍ਰੀਬੀਜ਼ ਜਨ ਕਲਿਆਣ ਲਈ ਜ਼ਰੂਰੀ ਤਾਂ ਹੈ। ਦੇਖੋ ਜਿਹੜੀ ਗਰੀਬ ਵਿਮਨ ਹੈ, ਗਰੀਬ ਲੋਕ ਹੈ, ਉਹਨਾਂ ਲਈ ਟਰਾਂਸਪੋਰਟੇਸ਼ਨ ਬਹੁਤ ਈਜ਼ੀ ਹੋ ਜਾਂਦਾ ਹੈ ਅੰਡਰ ਦਿਸ ਸਕੀਮ। ਬਟ ਇਹ ਸਭ ਸਕੀਮਸ ਦਾ ਕੁਝ ਨੈਗੇਟਿਵ ਇੰਪੈਕਟਸ ਵੀ ਹੁੰਦੇ ਨੇ ਸਾਰੀ ਸੋਸਾਇਟੀ ਤੇ ਇਕੋਨਮੀ ਤੇ। ਠੀਕ ਹੈ ਜੀ। ਉਹੀ ਨੈਗੇਟਿਵ ਇੰਪੈਕਟਸ ਇਸ ਆਰਟੀਕਲ 'ਚ ਡਿਸਕਸ ਕੀਤੇ ਗਏ ਨੇ, ਮੈਂਸ਼ਨ ਕੀਤੇ ਗਏ ਹੈ, ਜਿਨ੍ਹਾਂ ਨੂੰ ਆਪਾਂ ਇੱਥੇ ਡਿਸਕਸ ਕਰ ਲਵਾਂਗੇ। ਤਾਂ ਪਹਿਲਾ ਨੈਗੇਟਿਵ ਇੰਪੈਕਟ ਹੈ ਓਬਵੀਅਸਲੀ ਜਦੋਂ ਹੁਣ ਤੁਸੀਂ ਫੀਮੇਲ ਸਵਾਰੀ ਤੋਂ ਪੈਸਾ ਨਹੀਂ ਲਓਗੇ, ਇਹਦਾ ਮਤਲਬ ਕੀ ਹੈ, ਜਿਹੜੀ ਪੰਜਾਬ ਰੋਡਵੇਜ਼ ਹੈ ਉਹਨੂੰ ਬਹੁਤ ਸਾਰੇ ਲੋਸਿਸ ਫੇਸ ਕਰਨੇ ਪੈਣਗੇ, ਹੈ ਨਾ ਜੀ। ਜਦ ਅੱਧੀ ਤੋਂ ਜ਼ਿਆਦਾ ਤੁਹਾਡੀ ਜਿਹੜੀ ਸਵਾਰੀਆਂ ਹੈ ਉਹ ਕੋਈ ਪੇਮੈਂਟ ਨਹੀਂ ਕਰ ਰਹੀ ਤਾਂ ਮਤਲਬ ਲੋਸਿਸ ਹੋਣਗੇ। ਤਾਂ ਇਸ ਆਰਟੀਕਲ ਦੇ ਦੌਰਾਨ, ਇਸ ਆਰਟੀਕਲ ਦੇ ਅਕੋਰਡਿੰਗ ਹਰ ਰੋਜ਼ ਪੰਜਾਬ ਰੋਡਵੇਜ਼ ਨੂੰ 1 ਕਰੋੜ ਦਾ ਨੁਕਸਾਨ ਸਹਿਣ ਕਰਨਾ ਪੈ ਰਿਹਾ ਹੈ ਅੰਡਰ ਦਿਸ ਸਕੀਮ। ਠੀਕ ਹੈ ਜੀ। ਇਹ ਇਹਦਾ ਫਰਸਟ ਨੈਗੇਟਿਵ ਇੰਪੈਕਟ ਹੈ ਜਿਹੜੀ ਸਕੀਮ ਗਵਰਨਮੈਂਟ ਨੇ ਲਾਂਚ ਕੀਤੀ ਹੈ। PRTC ਨੂੰ ਇੰਨੇ ਲੋਸਿਸ ਹੋ ਰਹੇ ਨੇ। ਦੂਜਾ ਦੇਖੋ ਜੀ, ਅਗਰ PRTC ਨੂੰ ਲੋਸਿਸ ਹੋ ਰਿਹਾ ਹੈ ਤਾਂ ਜੈਨੂਇਨ ਹੈ ਕਿ ਇਹਦੇ ਕੋਲ ਇੰਨਾ ਪੈਸਾ ਨਹੀਂ ਹੋਊਗਾ ਕਿ ਇਹ ਸੈਲਰੀਜ਼ ਤੇ ਪੈਨਸ਼ਨਸ ਜਿਹੜੀਆਂ ਹੈ ਉਹ ਟਾਈਮਲੀ ਜਿਹੜੀਆਂ ਆਪਦੇ ਇੰਪਲੋਇਜ਼ ਨੂੰ ਦੇ ਸਕੇ। ਦੈਟ ਮੀਨਸ ਕਿ ਸੈਲਰੀਜ਼ ਤੇ ਪੈਨਸ਼ਨ ਪੇਮੈਂਟਸ 'ਚ ਵੀ ਡਿਲੇਜ਼ ਦੇਖੇ ਜਾ ਰਹੇ ਨੇ। PRTC ਦੇ ਜਿਹੜੇ ਇੰਪਲੋਇਜ਼ ਆ ਉਹਨਾਂ ਨੂੰ ਸੈਲਰੀਜ਼ ਤੇ ਪੈਨਸ਼ਨਸ ਟਾਈਮਲੀ ਨਹੀਂ ਮਿਲ ਪਾ ਰਹੀਆਂ ਨੇ। ਠੀਕ ਹੈ ਜੀ। ਤੇ ਥਰਡ ਪ੍ਰੋਬਲਮ ਜਿਹੜੀ ਇਸ 'ਚ ਹਾਈਲਾਈਟ ਕੀਤੀ ਗਈ ਹੈ, no budgetary allocation has been made to this scheme। ਹੁਣ ਤੁਸੀਂ ਦੇਖੋ ਜੀ, ਜੋ ਵੀ ਸਕੀਮ ਗਵਰਨਮੈਂਟ ਲਾਂਚ ਕਰਦੀ ਹੈ ਉਸ ਦੇ ਵਿੱਚ ਗਵਰਨਮੈਂਟ ਸਪੈਸੀਫਿਕ ਬਜਟਰੀ ਪ੍ਰੋਵੀਜ਼ਨਸ ਬਣਾਉਂਦੀ ਹੈ। ਜਿਵੇਂ ਤੁਸੀਂ ਦੇਖੋ ਮਨਰੇਗਾ ਹੋ ਗਿਆ, ਬੇਟੀ ਬਚਾਓ ਬੇਟੀ ਪੜ੍ਹਾਓ, ਕੋਈ ਵੀ ਸਕੀਮ ਹੈ ਉਹਦੇ ਲਈ ਗਵਰਨਮੈਂਟ XYZ ਰੁਪੀਜ਼ ਤੁਸੀਂ ਕਹਿ ਸਕਦੇ ਹੋ ਕਿ ਰੱਖਦੀ ਹੈ ਕਿ ਬਜਟ 'ਚੋਂ 100 ਕਰੋੜ ਮਨਰੇਗਾ ਲਈ ਜਾਊਗਾ, 100 ਕਰੋੜ ਬੇਟੀ ਬਚਾਓ ਲਈ ਜਾਊਗਾ। ਠੀਕ ਹੈ। ਇਹ ਸਕੀਮ ਨੂੰ ਗਵਰਨਮੈਂਟ ਨੇ ਲਾਂਚ ਤਾਂ ਕੀਤਾ ਬਟ ਇਸ 'ਚ ਬਜਟ ਲਈ ਕੋਈ ਐਲੋਕੇਸ਼ਨ ਨਹੀਂ, ਤਾਂ ਫਿਰ ਪੈਸਾ ਕਿੱਥੋਂ ਆਊਗਾ ਇਸ ਸਕੀਮ ਲਈ। ਦੈਟ ਇਜ਼ ਵਾਈ PRTC ਨੂੰ ਸਾਰਾ ਜਿਹੜਾ ਇਹਦਾ ਬੋਝ ਚੱਕਣਾ ਪੈ ਰਿਹਾ ਹੈ ਤੇ PRTC ਇਹਦੇ ਲੋਸਿਸ ਫੇਸ ਕਰ ਰਹੀ ਹੈ। ਠੀਕ ਹੈ ਜੀ। ਇਸੇ ਲਈ ਇਹ ਜੋ ਸਾਰੀ ਨਿਊਜ਼ ਆਈਟਮ ਹੈ ਤੁਸੀਂ ਆਪਦੇ ਆਨਸਰਸ ਵਿੱਚ ਯੂਜ਼ ਕਰ ਸਕਦੇ ਹੋ ਐਜ਼ ਅ ਕੇਸ ਸਟੱਡੀ ਆਫ ਦਿਸ ਸਕੀਮ ਕਿ ਗਵਰਨਮੈਂਟ ਦੀ ਸਕੀਮਸ 'ਚ ਕਿਆ ਇਸ਼ੂਜ਼ ਹੈ।
ਸਕੀਮਸ ਬਣਦੀਆਂ ਤਾਂ ਹੈ, ਬਟ ਜਦ ਆਪਾਂ ਇੰਪਲੀਮੈਂਟੇਸ਼ਨ ਦੇਖਦੇ ਹਾਂ ਤਾਂ ਇਸ ਤਰੀਕੇ ਦੇ ਇਸ਼ੂਜ਼ ਆਉਂਦੇ ਹੈ। ਤਾਂ ਤੁਹਾਨੂੰ ਕੋਈ ਵੀ ਗਵਰਨੈਂਸ ਤੇ ਕੁਐਸਚਨ ਆਵੇ, ਗਵਰਨਮੈਂਟ ਦੀ ਸਕੀਮਸ ਤੇ ਕੁਐਸਚਨ ਆਵੇ, ਤੁਸੀਂ ਇਸ ਸਕੀਮ ਦੀ ਐਗਜ਼ਾਮਪਲ ਨਾਲ ਇਹ 3 ਪੁਆਇੰਟ ਲਿਖ ਕੇ ਵੈਰੀ ਵੈਲ ਦੱਸ ਸਕਦੇ ਹੋ ਕਿ ਗਵਰਨਮੈਂਟ ਦੀ ਸਕੀਮਸ 'ਚ, ਗਵਰਨਮੈਂਟ ਦੇ ਇਨੀਸ਼ੀਏਟਿਵਸ 'ਚ ਕਿਆ ਇਸ਼ੂ ਨੇ। ਠੀਕ ਹੈ ਜੀ। ਫਿਰ ਆ ਛੋਟਾ ਜਿਹਾ ਨੋਟ ਜਿਹੜਾ ਆਪਾਂ ਡਿਸਕਸ ਕੀਤਾ ਹੈ ਸਾਈਡ ਤੇ, ਇਹ ਆਪਦੇ ਕੋਲ ਬਣਾ ਕੇ ਰੱਖੋ। ਕੋਈ ਵੀ ਕੁਐਸਚਨ ਆਵੇ ਉਸ 'ਚ ਤੁਸੀਂ ਇਹ ਸਕੀਮ ਦੀ ਐਗਜ਼ਾਮਪਲ ਲਿਖ ਕੇ 3 ਪੁਆਇੰਟ ਲਿਖੋ, ਤੁਹਾਨੂੰ ਬਹੁਤ ਹੀ ਚੰਗੇ ਮਾਰਕਸ ਮਿਲਣਗੇ, ਹੈ ਨਾ ਜੀ। ਇਹ ਸਾਰੀ 'ਚ ਇਹੀ ਲਿਖਿਆ ਹੋਇਆ ਹੈ। ਇਹ ਸਾਰੀ ਨਿਊਜ਼ ਆਈਟਮ ਤੁਸੀਂ ਪੜ੍ਹ ਸਕਦੇ ਹੋ। ਤੇ ਆ ਸ਼ਾਰਟ ਨੋਟ ਜਿਹੜਾ ਆਪਾਂ ਇੱਥੇ ਬਣਾਇਆ ਹੈ, ਇਹਨੂੰ ਬਣਾ ਕੇ ਯਾਦ ਕਰਨ ਦੀ ਕੋਸ਼ਿਸ਼ ਕਰੋ। ਆ ਇਨਫੋਰਮੇਸ਼ਨ ਤੁਸੀਂ ਯਾਦ ਰੱਖਣੀ ਹੈ। ਠੀਕ ਹੈ ਜੀ। ਚਲੋ ਫਿਰ ਨੈਕਸਟ ਨਿਊਜ਼ ਆਈਟਮ ਡਿਸਕਸ ਕਰ ਲੈਂਦੇ ਹਾਂ, ਜਿਹੜੀ ਕੀ ਹੈ CSR ਸਪੈਂਡਿੰਗ ਬਾਈ ਟੌਪ ਕੰਪਨੀਜ਼ ਸ਼ਰਿੰਕਸ 60% ਇਨ ਪੰਜਾਬ। ਠੀਕ ਹੈ ਜੀ। CSR ਬਹੁਤ ਹੀ ਇੰਪੋਰਟੈਂਟ ਸਕੀਮ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਆਲਰੇਡੀ ਪੰਜਾਬ PCS ਨੇ ਇਸ ਤੇ 2013 ਚ ਕੁਐਸਚਨ 2021 ਚ ਸੌਰੀ ਕੁਐਸਚਨ ਪੁੱਛ ਲਿਆ ਹੈ ਨਾ। ਉਹ ਇਹ ਸਕੀਮ ਕਿਆ ਹੈ ਉਹਨੂੰ ਆਪਾਂ ਡਿਟੇਲ ਚ ਡਿਸਕਸ ਕਰ ਲੈਂਦੇ ਹਾਂ। ਠੀਕ ਹੈ ਜੀ। ਦਾ ਇੱਥੇ ਆ ਗਏ ਆਪਾਂ ਡਿਟੇਲਸ ਤੇ। ਜਿਹੜਾ ਇਸ਼ੂ ਹੈ ਆਪਾਂ ਉਹ ਬਾਅਦ ਚ ਡਿਸਕਸ ਕਰਦੇ ਹਾਂ। ਪਹਿਲਾਂ ਆਪਾਂ CSR ਜਿਹੜੀ ਸਕੀਮ ਹੈ ਉਹਦੇ ਬਾਰੇ ਡਿਸਕਸ ਕਰ ਲੈਂਦੇ ਹਾਂ। ਤਾਂ ਦੇਖੋ ਜੀ, ਕੰਪਨੀਜ਼ ਐਕਟ 2013 ਦੇ ਵਿੱਚ ਕੰਪਨੀਜ਼ ਐਕਟ ਦੇ ਵਿੱਚ ਚੇਂਜਸ ਕਰਕੇ ਗਵਰਨਮੈਂਟ ਨੇ CSR ਦੈਟ ਇਜ਼ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀ ਦੀ ਫੈਸਿਲਿਟੀ ਐਡ ਕੀਤੀ ਸੀ। ਠੀਕ ਹੈ। ਹੁਣ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀ ਹੈ ਕਿਆ? ਜਿਵੇਂ ਕਿ ਤੁਸੀਂ ਨਾਮ ਤੋਂ ਦੱਸ ਸਕਦੇ ਹੋ, ਕਾਰਪੋਰੇਟ ਮੀਨਸ ਕੰਪਨੀਜ਼ ਦੀ ਸੋਸ਼ਲ ਰਿਸਪੌਂਸਿਬਿਲਿਟੀ, ਮਤਲਬ ਸਮਾਜ ਦੇ ਤਰਫ ਜੋ ਇਹਨਾਂ ਕੰਪਨੀਜ਼ ਦੀ ਰਿਸਪੌਂਸਿਬਿਲਿਟੀ ਬਣਦੀ ਹੈ ਉਸ ਨੂੰ ਡੀਲ ਕਰਨ ਲਈ ਇਹ ਜਿਹੜੀ ਹੈ ਐਕਟ ਲਿਆਈ ਗਈ ਹੈ। ਪ੍ਰੋਵੀਜ਼ਨ ਜਿਹੜੀ ਹੈ ਸਾਹਮਣੇ ਲਿਆਈ ਗਈ ਹੈ। ਸਮਾਜ ਕਲਿਆਣ ਤੁਸੀਂ ਕਹਿ ਸਕਦੇ ਹੋ ਜਾਂ ਸਮਾਜ ਸੇਵਾ ਲਈ ਇਹ ਸਕੀਮ ਜਿਹੜੀ ਹੈ ਲਾਂਚ ਕੀਤੀ ਗਈ ਹੈ। ਠੀਕ ਹੈ ਜੀ। ਹੁਣ ਇਹ ਦੇਖੋ, ਇਸ ਸਕੀਮ ਦਾ ਕਿਆ ਕਹਿਣਾ ਹੈ ਕਿ ਜਿਹੜੀ ਕੰਪਨੀਜ਼ ਹੈ ਉਹਨਾਂ ਨੂੰ ਆਪਦਾ ਕੁਝ ਪ੍ਰੋਫਿਟ ਜਿਹੜਾ ਹੈ ਜਨ ਕਲਿਆਣ ਦੇ ਲਈ ਸ਼ੇਅਰ ਕਰਨਾ ਚਾਹੀਦਾ ਹੈ। ਠੀਕ ਹੈ ਜੀ। ਸਮਾਜ ਕਲਿਆਣ, ਜਨ ਕਲਿਆਣ ਦੀ ਭਾਗੀਦਾਰੀ ਪਾਣੀ ਚਾਹੀਦੀ ਹੈ। ਠੀਕ ਹੈ। ਤਾਂ ਫਿਰ ਇਸ 'ਚ ਕੰਡੀਸ਼ਨ ਕਿਆ ਹੈ? ਕਿਸ ਤਰੀਕੇ ਦੀ ਕੰਪਨੀਜ਼, ਕਿਹੜੀ ਕੰਪਨੀਜ਼ ਨੂੰ ਇਨਕਲੂਡ ਕੀਤਾ ਗਿਆ? ਹਰ ਤਰੀਕੇ ਦੀ ਤਾਂ ਕੰਪਨੀ ਨਹੀਂ ਆਊਗੀ, ਤਾਂ ਕਿਹੜੀ ਕੰਪਨੀਜ਼ ਦੇ ਲਈ ਇਹ ਸਕੀਮ 'ਚ ਇਨਕਲੂਜਨ, ਇਹ ਪ੍ਰੋਫਿਟ ਸ਼ੇਅਰਿੰਗ ਜ਼ਰੂਰੀ ਹੈ। ਇਸ ਲਈ ਕੁਝ ਕ੍ਰਾਈਟੀਰੀਆ ਇਸ ਸਕੀਮ ਨੇ ਦਿੱਤੇ ਹੈ, ਰਾਈਟ, ਉਹ ਵੀ ਡਿਸਕਸ ਕਰ ਲੈਂਦੇ ਹਾਂ ਆਪਾਂ। ਤਾਂ ਸਭ ਤੋਂ ਪਹਿਲਾਂ, ਅਗਰ ਕੰਪਨੀ ਦੀ ਨੈਟ ਵਰਥ ਜਿਹੜੀ ਹੈ ਉਹ 500 ਕਰੋੜ ਤੋਂ ਜ਼ਿਆਦਾ ਹੈ ਤਾਂ ਉਸ ਕੰਪਨੀ ਨੂੰ ਇਸ ਸਕੀਮ ਦੇ ਅੰਡਰ ਕਵਰ ਕੀਤਾ ਜਾਵੇਗਾ। CSR ਦਾ ਸ਼ੇਅਰਿੰਗ ਜਿਹੜੀ ਆ ਉਸ ਕੰਪਨੀ ਨੂੰ ਕਰਨੀ ਪੜੇਗੀ। ਜਾਂ ਫਿਰ ਅਗਰ ਟਰਨ ਓਵਰ ਕੰਪਨੀ ਦੀ ਜਿਹੜੀ ਹੈ ਉਹ 1000 ਕਰੋੜ ਰੁਪਏ ਤੋਂ ਜ਼ਿਆਦਾ ਹੈ, ਫਿਰ ਵੀ ਉਸ ਕੰਪਨੀ ਨੂੰ CSR ਦੇ ਵਿੱਚ ਭਾਗੀਦਾਰੀ ਪਾਣੀ ਪਊਗੀ। ਜਾਂ ਕੰਪਨੀ ਦਾ ਜਿਹੜਾ ਨੈਟ ਪ੍ਰੋਫਿਟ ਹੈ ਉਹ ਐਟਲੀਸਟ 5 ਕਰੋੜ ਜਾਂ ਮਤਲਬ 5 ਕਰੋੜ ਜਾਂ ਉਸ ਤੋਂ ਜ਼ਿਆਦਾ ਹੈ। ਇਹਨਾਂ 3 ਕੰਡੀਸ਼ਨਾਂ 'ਚੋਂ ਅਗਰ ਕੋਈ ਵੀ ਕੰਡੀਸ਼ਨ ਮੀਟ ਹੁੰਦੀ ਹੈ ਤਾਂ ਕੰਪਨੀ ਨੂੰ CSR ਦੇ ਅੰਡਰ ਆਪਦਾ ਪ੍ਰੋਫਿਟ ਸ਼ੇਅਰ ਕਰਨਾ ਪੜੇਗਾ ਸੋਸ਼ਲ ਰਿਸਪੌਂਸਿਬਿਲਿਟੀ ਦੀ ਤਰਫ। ਠੀਕ ਹੈ ਜੀ। ਨਾਓ ਕਿੰਨਾ ਪ੍ਰੋਫਿਟ, ਵਾਟ ਅਮਾਊਂਟ ਆਫ ਪ੍ਰੋਫਿਟ ਜਿਹੜਾ ਹੈ ਇੱਥੇ ਕੰਪਨੀ ਨੂੰ ਸ਼ੇਅਰ ਕਰਨਾ ਪਵੇਗਾ, ਹੈ ਨਾ, ਉਹ ਵੀ ਜਾਣਨਾ ਜ਼ਰੂਰੀ ਹੈ। ਤਾਂ ਦੇਖੋ, ਅਗਰ ਕੰਪਨੀ ਇਹ ਕੰਡੀਸ਼ਨਸ ਮੀਟ ਕਰਦੀ ਹੈ ਤਾਂ ਕੰਪਨੀ ਨੂੰ 2% ਆਫ ਐਵਰੇਜ ਨੈਟ ਪ੍ਰੋਫਿਟ ਆਫ ਪਾਸਟ 3 ਈਅਰਸ, ਪਿਛਲੇ 3 ਸਾਲਾਂ ਵਿੱਚ ਜਿੰਨਾ ਨੈਟ ਪ੍ਰੋਫਿਟ ਕੰਪਨੀ ਨੇ ਕਮਾਇਆ ਹੈ ਉਹਦੀ ਐਵਰੇਜ ਕੱਢ ਲਾਂਗੇ ਅਸੀਂ, ਤੇ ਉਸ 'ਚੋਂ 2% ਜਿਹੜੀ ਅਮਾਊਂਟ ਹੈ ਕੰਪਨੀ ਨੂੰ CSR ਦੇ ਅੰਡਰ ਦੇਣੀ ਪੈਣੀ ਹੈ। ਠੀਕ ਹੈ ਜੀ। ਇਹ ਸਕੀਮ ਦਾ ਬੇਸਿਕ ਹੈ, ਇਹ ਤੁਸੀਂ ਯਾਦ ਰੱਖਣਾ ਹੈ। 2013 'ਚ ਐਡ ਕੀਤੀ ਗਈ ਸੀ, ਜਨ ਕਲਿਆਣ ਲਈ ਬਣੀ ਹੈ। ਪ੍ਰੋਫਿਟ ਸ਼ੇਅਰਿੰਗ ਕੰਪਨੀ ਨੂੰ ਕਰਨੀ ਪੈਂਦੀਆਂ ਹੈ। ਕਿਹੜੀ ਕੰਪਨੀ ਇਨਕਲੂਡਡ ਹੋਣਗੀਆਂ? ਜਿਹਦੀ ਨੈਟ ਵਰਥ 500 ਤੋਂ ਜ਼ਿਆਦਾ ਹੈ, ਟਰਨਓਵਰ 1000 ਤੋਂ ਜ਼ਿਆਦਾ ਹੈ ਜਾਂ ਨੈਟ ਪ੍ਰੋਫਿਟ 5 ਕਰੋੜ ਤੋਂ ਜ਼ਿਆਦਾ ਹੈ। ਠੀਕ ਹੈ। ਇਹ ਹੋ ਗਏ ਬੇਸਿਕ। ਨਾਓ ਹੁਣ ਇਸ਼ੂ ਕੀ ਇੱਥੇ ਦੱਸਿਆ ਗਿਆ ਹੈ,
ਤਾਂ ਦੇਖੋ ਇੱਥੇ ਕਿਹਾ ਜਾ ਰਿਹਾ ਹੈ ਕਿ CSR ਦੀ ਜਿਹੜੀ ਫੰਡਿੰਗ ਹੈ ਜਾਂ ਜਿਹੜਾ ਐਕਸਪੈਂਡੀਚਰ ਹੈ ਕੰਪਨੀਜ਼ ਦੁਆਰਾ ਹਰ ਸਟੇਟ ਵਿੱਚ ਕੀਤਾ ਜਾਂਦਾ ਹੈ, ਹਰ ਰੀਜਨ ਵਿੱਚ ਕੀਤਾ ਜਾਂਦਾ ਹੈ, ਤਾਂ ਪੰਜਾਬ 'ਚ ਉਹ ਕਾਫੀ ਘਟ ਗਿਆ ਹੈ। ਅਗਰ ਤੁਸੀਂ ਫਾਈਨੈਂਸ਼ੀਅਲ ਈਅਰ 20 ਦੀ ਗੱਲ ਕਰੋ ਤਾਂ ਉਦੋਂ ਇਹ ਐਕਸਪੈਂਡੀਚਰ ਤੁਸੀਂ ਕਹਿ ਸਕਦੇ ਹੋ 105 ਦੇ ਨੇੜੇ ਸੀ, 105 ਕਰੋੜ ਦੇ ਨੇੜੇ ਸੀ। ਬਟ ਹੁਣ ਜੇ ਤੁਸੀਂ ਦੇਖੋ ਫਾਈਨੈਂਸ਼ੀਅਲ ਈਅਰ 2021 ਦਾ ਡਾਟਾ ਜੇ ਆਪਾਂ ਦੇਖੀਏ ਤਾਂ ਇਹ ਘਟ ਕੇ ਸਿਰਫ 42 ਕਰੋੜ ਰੁਪਏ, ਆਲਮੋਸਟ 42 ਕਰੋੜ ਰੁਪਏ ਰਹਿ ਗਿਆ ਹੈ। ਠੀਕ ਹੈ, ਕਹਿਣ ਦਾ ਮਤਲਬ ਇਹ ਹੈ ਕਿ ਕੁੱਲ 60% ਡਿਕਲਾਈਨ ਜਿਹੜਾ ਹੈ ਪੰਜਾਬ ਦੇ ਵਿੱਚ CSR ਸਪੈਂਡਿੰਗ ਵਿੱਚ ਦੇਖਿਆ ਗਿਆ ਹੈ। ਠੀਕ ਹੈ, ਤੁਸੀਂ ਦੇਖੋ ਕਿ ਪਹਿਲਾਂ 100 ਕਰੋੜ ਤੋਂ ਜ਼ਿਆਦਾ ਰੁਪਇਆ ਕੰਪਨੀਜ਼ ਜਿਹੜੀਆਂ CSR 'ਚ ਲਾ ਰਹੀਆਂ ਸੀ ਪੰਜਾਬ 'ਚ, ਹੁਣ ਸਿਰਫ 42 ਕਰੋੜ ਦੇ ਅਰਾਊਂਡ ਲਾ ਰਹੀਆਂ ਨੇ। ਤਾਂ ਓਬਵੀਅਸਲੀ ਇਹ ਇੱਕ ਪ੍ਰੋਬਲਮੈਟਿਕ ਇਸ਼ੂ ਹੈ। ਦੇਖੋ ਇਹ ਕੰਪਨੀਜ਼ ਦੀ ਕੰਟਰੀਬਿਊਸ਼ਨ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਇਹ ਡਿਫਰੈਂਟ ਸੈਕਟਰਸ, ਐਜੂਕੇਸ਼ਨ ਹੋ ਗਿਆ ਤੁਹਾਡਾ, ਟੂਰਿਜ਼ਮ ਡਿਵੈਲਪਮੈਂਟ ਹੋ ਗਿਆ ਤੁਹਾਡਾ, ਇਨਫਰਾਸਟਰਕਚਰ ਡਿਵੈਲਪਮੈਂਟ ਹੋ ਗਿਆ, ਡਿਫਰੈਂਟ ਏਰੀਆਜ਼ 'ਚ ਇਹ ਕੰਟਰੀਬਿਊਟ ਕਰਦੀਆਂ ਨੇ। ਅਗਰ ਇਹਨਾਂ ਦੀ ਫੰਡਿੰਗ ਘਟ ਰਹੀ ਹੈ ਤਾਂ ਮਤਲਬ ਜਨ ਕਲਿਆਣ ਦੇ ਕਾਰਿਆਂ ਵਿੱਚ ਵੀ ਥੋੜੀ ਬਹੁਤ ਬਾਧਾ ਤਾਂ ਆਉਣ ਦਾ ਸੰਭਾਵਨਾ ਹੈ। ਇਸੇ ਲਈ ਇਹ ਡਾਟਾ ਬਹੁਤ ਹੀ ਇੰਪੋਰਟੈਂਟ ਹੈ। ਇਹ ਤੁਹਾਡੇ ਕੋਲ ਲਿਖ ਕੇ ਰੱਖੋ। CSR ਤੇ ਕੋਈ ਵੀ ਕੁਐਸਚਨ ਆਵੇ ਤੁਸੀਂ ਇਹ ਡਾਟਾ ਯੂਜ਼ ਕਰ ਸਕਦੇ ਹੋ। ਇਸ ਤਰੀਕੇ ਨਾਲ ਮੈਪ ਬਣਾ ਸਕਦੇ ਹੋ। ਇਹ ਇਨੋਵੇਟਿਵ ਵੇ ਹੈ ਚੀਜ਼ਾਂ ਨੂੰ ਰਿਪਰੈਜ਼ੈਂਟ ਕਰਨ ਦਾ। ਠੀਕ ਹੈ ਜੀ, 60% ਡਿਕਲਾਈਨ ਲਿਖੋ, ਪੰਜਾਬ CSR ਸਪੈਂਡਿੰਗ ਲਿਖੋ, ਹੈ ਨਾ ਜੀ। ਇੱਥੇ ਆ ਗਿਆ ਅਮਾਊਂਟ, ਚੰਗੀ ਤਰ੍ਹਾਂ ਲੇਬਲ ਕਰਨਾ ਆਪਦੇ ਡਾਇਗਰਾਮ ਨੂੰ ਜ਼ਰੂਰੀ ਹੈ। ਤਾਂ ਇਹ ਦੇਖੋ ਹਰ ਈਅਰ ਦੇ ਨਾਲ ਜਿਹੜੀ ਹੈ ਪੰਜਾਬ 'ਚ ਜਿਹੜੀ ਹੈ CSR ਦੀ ਸਪੈਂਡਿੰਗ ਦਾ ਦੇਖਿਆ ਗਿਆ ਹੈ ਕਿ ਘਟ ਰਹੀ ਨਹੀਂ। ਠੀਕ ਹੈ ਜੀ, ਤਾਂ ਫਿਰ ਇਹ ਹੁਣ ਤੁਸੀਂ ਅਗਰ ਸਾਰੀ ਸਟੇਟਸ ਵਾਈਜ਼ ਵੀ ਦੇਖ ਲਓ ਤਾਂ ਇਹ ਹੈ ਕਿ ਪੰਜਾਬ 'ਚ ਤਾਂ ਘਟਿਆ ਹੈ, ਹਰਿਆਣੇ 'ਚ ਵੀ ਘਟਿਆ ਹੈ, ਬਟ ਤੁਸੀਂ HP 'ਚ ਦੇਖੋ, ਜੰਮੂ ਕਸ਼ਮੀਰ 'ਚ ਦੇਖੋ CSR ਸਪੈਂਡਿੰਗ ਜਿਹੜੀ ਹੈ ਉਹ ਵੱਧ ਰਹੀ ਹੈ। ਠੀਕ ਹੈ, ਤਾਂ ਮਤਲਬ ਕੰਸਰਨ ਦੀ ਗੱਲ ਹੈ ਪੰਜਾਬ ਲਈ ਕਿ ਪੰਜਾਬ 'ਚ ਇਹ ਘਟ ਰਿਹਾ ਹੈ, ਤਾਂ ਆਪਾਂ ਨੂੰ ਇਸ 'ਤੇ ਧਿਆਨ ਦੇਣਾ ਚਾਹੀਦਾ ਹੈ। ਠੀਕ ਹੈ, ਤਾਂ ਇਹ ਇੰਪੋਰਟੈਂਟ ਨਿਊਜ਼ ਹੈ। ਇਸ ਬਾਰੇ ਇਹ ਸਾਰੀ ਡਿਟੇਲਸ ਤੁਸੀਂ ਯਾਦ ਕਰੋ। ਇਹ ਤੁਹਾਨੂੰ ਆਨਸਰ ਲਿਖਣ 'ਚ ਬਹੁਤ ਜ਼ਰੂਰੀ ਕੰਮ ਆਉਣਗੀਆਂ। ਹੁਣ ਇੱਕ ਹੋਰ ਪਰਸਪੈਕਟਿਵ ਵੀ ਤੁਸੀਂ ਇਹ ਦੇਖ ਸਕਦੇ ਹੋ ਕਿ ਇਹ ਸਕੀਮ ਦਾ ਲਾਭ, ਪ੍ਰੋਜ਼ ਜਾਂ ਐਡਵਾਂਟੇਜਸ ਕਿਆ ਨੇ, ਇਸ ਸਕੀਮ ਦੇ ਕੌਨਸ ਜਾਂ ਡਿਸਐਡਵਾਂਟੇਜ ਕਿਆ ਨੇ, ਹੈ ਨਾ, ਇਹ ਵੀ ਜਾਣਨਾ ਬਹੁਤ ਜ਼ਰੂਰੀ ਹੈ। ਤਾਂ ਜਿਵੇਂ ਤੁਸੀਂ ਬੇਸਿਕ ਸਮਝ ਹੀ ਚੁੱਕੇ ਹੋ, ਇਹ ਬਹੁਤ ਈਜ਼ੀ ਹੈ ਤੁਹਾਡੇ ਲਈ ਸਮਝਣਾ ਕਿ ਇਹ ਸੋਸ਼ਲ ਡਿਵੈਲਪਮੈਂਟ ਦੇ ਕੰਮਾਂ ਲਈ ਯੂਜ਼ ਆਏਗੀ ਸਕੀਮ, ਇਸ ਲਈ ਬਹੁਤ ਇੰਪੋਰਟੈਂਟ ਹੈ। ਸਸਟੇਨੇਬਲ ਡਿਵੈਲਪਮੈਂਟ ਮਤਲਬ ਇਨਵਾਇਰਮੈਂਟ ਨੂੰ ਸੇਵ ਕਰਨ ਵਾਲੇ ਕੰਮਾਂ 'ਤੇ ਵੀ ਧਿਆਨ ਦਿੱਤਾ ਜਾਂਦਾ ਹੈ CSR ਦੇ ਥਰੂ, ਜਿਵੇਂ ਕਿ ਟਰੀਜ਼ ਪਲਾਂਟਿੰਗ ਲਈ ਪੈਸਾ ਦੇਤਾ, ਵਾਟਰ ਕੰਜ਼ਰਵੇਸ਼ਨ ਲਈ ਪੈਸਾ ਦੇਤਾ। ਤਾਂ ਇਸ ਲਈ ਸਸਟੇਨੇਬਲ ਡਿਵੈਲਪਮੈਂਟ 'ਚ ਵੀ ਇਹ ਸਕੀਮ ਬਹੁਤ ਹੈਲਪ ਕਰਦੀ ਹੈ। ਠੀਕ ਹੈ ਜੀ, ਕੰਪਨੀਜ਼ ਦੇ ਉੱਤੇ ਲੋਕਾਂ ਦਾ ਟਰਸਟ ਬਿਲਡ ਕਰਨ 'ਚ ਵੀ CSR ਦਾ ਬਹੁਤ ਕੰਟਰੀਬਿਊਸ਼ਨ ਦੇਖਿਆ ਗਿਆ ਹੈ। ਠੀਕ ਹੈ, ਐਂਡ ਇਨਕਲੂਸਿਵ ਗਵਰਨਮੈਂਟ ਜਾਂ ਇਨਕਲੂਸਿਵ ਡਿਵੈਲਪਮੈਂਟ ਜਿਹੜਾ ਹੈ ਇਸ ਸਕੀਮ ਨੇ ਇਨਸ਼ੋਰ ਕੀਤਾ ਹੈ। ਠੀਕ ਹੈ, ਜਿਹੜੇ ਗਰੀਬ ਜਾਂ ਨੀਚੇ ਤਬਕੇ ਦੇ ਲੋਕ ਨੇ ਉਹਨਾਂ ਨੂੰ CSR ਦੇ ਥਰੂ ਕਾਫੀ ਫੰਡਿੰਗ ਜਾ ਰਹੀ ਹੈ, ਇਸ ਲਈ ਇਹ ਸਕੀਮ ਬਹੁਤ ਇੰਪੋਰਟੈਂਟ ਹੈ। ਬਟ ਇਹਦੇ ਬਹੁਤ ਸਾਰੇ ਇਸ਼ੂਜ਼ ਵੀ ਹੈ, ਡਿਸਐਡਵਾਂਟੇਜਸ ਜਾਂ ਤੁਸੀਂ ਕਹਿ ਸਕਦੇ ਹੋ ਕੰਸਰਨਸ ਜਾਂ ਚੈਲੰਜਸ ਜਿਹੜੇ ਇਸ ਇਸ਼ੂ ਇਸ ਸਕੀਮ ਦੀ ਇੰਪਲੀਮੈਂਟੇਸ਼ਨ 'ਚ ਦੇਖੇ ਜਾ ਰਹੇ ਨੇ। ਦੇਖੀਏ ਬਹੁਤ ਸਾਰੀ ਕੰਪਨੀਜ਼ CSR ਨੂੰ ਐਜ਼ ਅ ਟੈਕਸ ਦੇਖਦੀਆਂ ਨੇ। ਠੀਕ ਹੈ, ਕਿ ਗਵਰਨਮੈਂਟ ਆਲਰੇਡੀ ਤੁਹਾਡੇ ਤੋਂ ਟੈਕਸ ਤਾਂ ਲੈ ਹੀ ਰਹੀ ਹੈ, ਉਹ ਸਭ ਇਸੀ ਲਈ ਟੈਕਸ ਕਿਸ ਲਈ ਲਿੱਤਾ ਜਾਂਦਾ ਹੈ? ਟੈਕਸ ਇਸੀ ਲਈ ਲਿੱਤਾ ਜਾਂਦਾ ਹੈ ਕਿ ਜਨ ਕਲਿਆਣ ਦੇ ਕੰਮ 'ਚ ਗਵਰਨਮੈਂਟ ਪੈਸਾ ਦੇ ਸਕੇ। ਤਾਂ ਫਿਰ ਉੱਤੋਂ ਦੀ CSR ਲਾਉਣ ਦੀ ਕੀ ਤੁੱਕ ਬਣਦੀ ਹੈ? ਠੀਕ ਹੈ ਜੀ, ਤਾਂ ਕਈ ਕੰਪਨੀਜ਼ ਇਹਨੂੰ ਟੈਕਸ ਓਵਰ ਟੈਕਸ ਦੀ ਤਰੀਕੇ ਨਾਲ ਦੇਖਦੀਆਂ ਹੈ। ਠੀਕ ਹੈ, ਜਦ ਟੈਕਸ ਓਵਰ ਟੈਕਸ ਦੀ ਤਰੀਕੇ ਨਾਲ ਦੇਖਿਆ ਜਾਊ ਮਤਲਬ ਈਜ਼ ਆਫ ਡੂਇੰਗ ਬਿਜ਼ਨਸ 'ਤੇ ਵੀ ਪ੍ਰਸ਼ਨ ਉੱਠਣਗੇ। ਠੀਕ ਹੈ, ਸਾਰੀ ਕੰਪਨੀਜ਼ ਜਾਂ ਅਦਰ ਕੰਟਰੀਜ਼ ਜਿਹੜੀਆਂ ਹੈ ਉਹ ਇੰਡੀਆ ਨੂੰ ਬਿਜ਼ਨਸ ਫਰੈਂਡਲੀ ਇਨਵਾਇਰਮੈਂਟ ਦੀ ਤਰ੍ਹਾਂ ਨਹੀਂ ਦੇਖਣਗੀਆਂ ਅਗਰ ਐਜ ਏ ਟੈਕਸ ਨੋਨ ਟੈਕਸ ਜਿਹੜੇ ਕੰਪਲਜਨਸ ਆ ਬਹੁਤ ਜ਼ਿਆਦਾ ਹੋਣਗੀਆਂ। ਤਾਂ CSR ਨੂੰ ਐਜ਼ ਅ ਚੈਲੰਜ ਟੂ ਈਜ਼ ਆਫ ਡੂਇੰਗ ਬਿਜ਼ਨਸ ਵੀ ਦੇਖਿਆ ਜਾਂਦਾ ਹੈ। ਤਾਂ ਇਹ ਇੰਡੀਆ ਲਈ ਬਹੁਤ ਵੱਡਾ ਇਸ਼ੂ ਹੈ। ਆਪਾਂ ਚਾਹੁੰਦੇ ਹਾਂ ਜ਼ਿਆਦਾ ਤੋਂ ਜ਼ਿਆਦਾ ਇਨਵੈਸਟਮੈਂਟਸ ਆਉਣ, ਤਾਂ ਉਹਦੇ ਲਈ ਬਿਜ਼ਨਸਿਸ ਨੂੰ ਕੌਨਫੀਡੈਂਸ ਹੋਣਾ,
ਇੰਡੀਆ 'ਚ ਬਹੁਤ ਜ਼ਰੂਰੀ ਹੈ, ਜਿਹੜਾ ਕਿ CSR ਦੇ ਕਰਕੇ ਇੰਪੈਕਟ ਹੋ ਸਕਦਾ ਹੈ। ਠੀਕ ਹੈ ਜੀ। ਨੈਕਸਟ ਇਸ਼ੂ ਹੈ ਕਿ ਸਪੈਂਡਿੰਗ ਜਿਹੜੀ ਹੈ ਉਹ ਬਹੁਤ ਹੀ ਸਕਿਊਡ ਹੁੰਦੀ ਹੈ। ਸਕਿਊਡ ਮਤਲਬ ਦੇਖੋ ਕੁਛ ਖੇਤਰ ਹੈ ਜਿੱਥੇ ਜਿਵੇਂ ਕਿ ਐਜੂਕੇਸ਼ਨ, ਜਿੱਥੇ ਹਰ ਕੰਪਨੀ ਇਨਵੈਸਟ ਕਰਨਾ ਚਾਹੁੰਦੀ ਹੈ, ਜਾਂ ਤੁਸੀਂ ਕਹਿ ਸਕਦੇ ਹੋ ਚਿਲਡਰਨ, ਜਿੱਥੇ ਹਰ ਕੰਪਨੀ ਇਨਵੈਸਟ ਕਰਨਾ ਚਾਹੁੰਦੀ ਹੈ। ਬਟ ਵਾਟ ਅਬਾਊਟ ਅਦਰ ਸੈਕਟਰਸ, ਉਹ ਬਹੁਤ ਸਾਰੇ, ਜਿਵੇਂ ਕਿ ਹੈਲਥ ਦਾ ਸੈਕਟਰ ਹੋ ਸਕਦਾ ਹੈ, ਜਿਵੇਂ ਕਿ ਡਿਸੇਬਿਲਿਟੀ ਦਾ ਸੈਕਟਰ ਹੋ ਸਕਦਾ ਹੈ, ਜਿਵੇਂ ਕਿ ਪ੍ਰੋਸਟੀਟਿਊਟਸ ਦੀ ਸੋਸ਼ਲ ਕੰਡੀਸ਼ਨ ਹੋ ਸਕਦੀ ਹੈ। ਇਹ ਜਿਹੇ ਬਹੁਤ ਸਾਰੇ ਸੈਕਟਰ ਹੈ ਜਿਹੜੇ ਕਿ ਨਿਗਲੈਕਟ ਹੋ ਜਾਂਦੇ ਹੈ। ਸਾਰੀ ਕੰਪਨੀਜ਼ ਕੁਛ ਹੀ ਏਰੀਆਜ਼ 'ਚ ਇਨਵੈਸਟ ਕਰਦੀਆਂ ਰਹਿੰਦੀਆਂ, ਪੈਸਾ ਪਾਉਂਦੀਆਂ ਰਹਿੰਦੀਆਂ, ਜਿਹਦੇ ਕਰਕੇ ਸਪੈਂਡਿੰਗ ਸਕਿਊਡ ਕੁਝ ਸੈਕਟਰਸ ਵੱਲ ਹੋ ਜਾਂਦੀ ਹੈ। ਸਾਰੇ ਸੈਕਟਰਸ ਨੂੰ ਇਕੁਅਲ ਧਿਆਨ ਜਿਹੜਾ ਹੈ ਨਹੀਂ ਮਿਲਦਾ ਹੈ, ਤਾਂ ਉਹ ਵੀ ਇੱਕ ਵੱਡਾ ਇਸ਼ੂ ਹੈ। ਠੀਕ ਹੈ ਜੀ। ਲਾਸਟ ਇਸ਼ੂ ਹੈ ਕਿ ਜਿਹੜੇ ਕਿ ਰੂਰਲ ਏਰੀਆਜ਼ ਹੈ ਉਹ ਬਹੁਤ ਹੀ ਨਿਗਲੈਕਟ ਵਿੱਚ ਜਾ ਰਹੇ ਨੇ। ਜਿਹੜਾ CSR ਦੀ ਫੰਡਿੰਗ ਹੈ ਉਹ ਮੇਜਰਲੀ ਅਰਬਨ ਏਰੀਆਜ਼ 'ਚ ਸਪੈਂਡ ਹੋ ਰਹੀ ਹੈ। ਰੂਰਲ ਏਰੀਆਜ਼ ਜਾਂ ਸੈਮੀ ਅਰਬਨ ਏਰੀਆਜ਼ 'ਚ ਆਪਾਂ ਕਹਿ ਸਕਦੇ ਹਾਂ ਕਿ ਐਕਸਪੈਂਡੀਚਰ ਜਿਹੜਾ ਹੈ ਉਹ ਖਾਸ ਨਹੀਂ ਹੈ CSR ਦਾ। ਠੀਕ ਹੈ। ਜ਼ਿਆਦਾ ਇਸ਼ੂਜ਼ ਤਾਂ ਤੁਸੀਂ ਦੇਖੋ ਰੂਰਲ ਏਰੀਆਜ਼ 'ਚ ਹੈ, ਉੱਥੇ ਪੜ੍ਹਾਈ ਘੱਟ ਹੈ, ਉੱਥੇ ਸਕੂਲਿੰਗ ਘੱਟ ਹੈ, ਸਕੂਲ ਦਾ ਇਨਫਰਾਸਟਰਕਚਰ ਘੱਟ ਹੈ, ਹੈਲਥ ਕੇਅਰ ਦਾ ਇਨਫਰਾਸਟਰਕਚਰ ਘੱਟ ਹੈ। ਅਗਰ ਉੱਧਰ ਹੀ ਪੈਸਾ ਨਹੀਂ ਸਪੈਂਡ ਹੋ ਰਿਹਾ ਹੈ, ਦੈਟ ਮਤਲਬ ਕਿ CSR ਜਿਹੜੇ ਆ ਆਪਦੇ ਰਿਜ਼ਲਟਸ ਜਿਹੜੇ ਹੈ ਅੱਛੀ ਤਰੀਕੇ ਨਾਲ ਪ੍ਰੋਡਿਊਸ ਨਹੀਂ ਕਰ ਪਾਓ। ਠੀਕ ਹੈ ਜੀ। ਤਾਂ ਕਰਕੇ ਇਹ ਵੀ ਇਸ ਸਕੀਮ ਦਾ ਵੱਡਾ ਇਸ਼ੂ ਹੈ। ਰਾਈਟ, ਦੈਟ ਵਾਜ਼ ਆਲ ਅਬਾਊਟ CSR ਦਾ ਇਸ਼ੂ। ਇਹ ਸਾਰੇ ਇਹ ਸਾਰੇ ਬੇਸਿਕਸ, ਪ੍ਰੋਜ਼ ਐਂਡ ਕੌਨਸ, ਇਹ ਸਭ ਟੇਬਲ ਵਗੈਰਾ ਤੁਸੀਂ ਇਨੋਵੇਟਿਵ ਫਾਰਮ 'ਚ ਆਪਦੇ ਕੋਲ ਲਿਖ ਕੇ ਰੱਖੋ। ਇਹ ਸਾਰਾ ਡਾਟਾ ਤੁਹਾਡੇ ਆਨਸਰ ਰਾਈਟਿੰਗ 'ਚ ਬਹੁਤ ਹੈਲਪ ਕਰਨ ਵਾਲਾ ਹੈ। ਡਾਇਰੈਕਟਲੀ ਕੋਈ ਵੀ ਕੁਐਸਚਨ ਆ ਜਾਏ, ਤੁਸੀਂ ਇਹ ਡਾਇਗਰਾਮ ਬਣਾਓ ਅਤੇ ਅੱਛੇ ਨੰਬਰ ਪਾਓ, ਹੈ ਨਾ ਜੀ। ਉਹੀ ਆਪਣਾ ਮੋਟਿਵ ਹੈ ਇਸ ਡਿਸਕਸ਼ਨ ਦੇ। ਚਲੋ ਜੀ, ਹੁਣ ਫਿਰ ਨੈਕਸਟ ਇਸ਼ੂ ਅਸੀਂ ਡਿਸਕਸ ਕਰ ਲੈਂਦੇ ਹਾਂ। ਤਾਂ ਨੈਕਸਟ ਇੰਪੋਰਟੈਂਟ ਜਿਹੜਾ ਅੱਜ ਦਾ ਟੌਪਿਕ ਆਪਣਾ ਹੈ ਉਹ ਹੈ MP ਲੈਡਸ ਸਕੀਮ ਨਾਲ ਰਿਲੇਟਡ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਸ ਆਰਟੀਕਲ 'ਚ ਲਿਖਿਆ ਹੈ ਕਿ ਗੁਰਦਾਸਪੁਰ ਦੇ MP ਜਿਹੜੇ ਨੇ ਸਨੀ ਦਿਓਲ, ਉਹਨਾਂ ਨੇ 7 ਕਰੋੜ ਜਿਹੜਾ MP ਲੈਡ ਦਾ ਫੰਡ ਹੈ ਉਹ ਅਨਸਪੈਂਟ ਹੈ। ਠੀਕ ਹੈ। ਇਹ ਨਿਊਜ਼ ਨੂੰ ਸਮਝਣ ਦੇ ਲਈ ਪਹਿਲਾਂ ਆਪਾਂ ਨੂੰ MP ਲੈਡ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ। ਤਾਂ ਪਹਿਲਾਂ ਆਪਾਂ MP ਲੈਡ ਸਕੀਮ ਬਾਰੇ ਥੋੜ੍ਹੀ ਡਿਸਕਸ਼ਨ ਕਰ ਲੈਂਦੇ ਹਾਂ। ਠੀਕ ਹੈ ਜੀ। ਹੁਣ MP ਲੈਡ ਸਕੀਮ ਕਿਆ ਹੈ, ਲੈਟਸ ਸੀ ਦੈਟ। MP ਲੈਡ ਦਾ ਫੁੱਲ ਫਾਰਮ ਕਿਆ ਹੈ, ਕੋਈ ਦੱਸ ਸਕਦਾ ਹੈ? ਕਮੈਂਟ ਬਾਕਸ 'ਚ ਪਲੀਜ਼ ਟਾਈਪ ਕਰੋ, ਬਹੁਤ ਇੰਪੋਰਟੈਂਟ ਸਕੀਮ ਹੈ। ਦੇਖੋ MP ਲੈਡ ਸਕੀਮ ਜਿਹੜੀ ਹੈ 1993 'ਚ ਪਹਿਲਾਂ ਲਾਂਚ ਕੀਤੀ ਗਈ ਸੀ। ਉਸ ਟਾਈਮ ਫਸਟ ਟਾਈਮ MPs ਦੀ ਰਿਸਪੌਂਸਿਬਿਲਿਟੀ ਦੇ ਨਾਲ ਰਿਲੇਟਡ ਇਹ ਸਕੀਮ ਲਾਂਚ ਕੀਤੀ ਗਈ ਸੀ। ਬੇਸਿਕ ਫੋਕਸ ਇਹ ਸੀ ਕਿ MPs ਜਿਹੜੇ ਹੈਗੇ ਉਹ ਆਪਦੇ ਰੀਜਨ ਦੇ ਵਿੱਚ ਡਿਵੈਲਪਮੈਂਟ ਵਰਕ 'ਤੇ ਫੋਕਸ ਕਰ ਸਕਣ। ਡਿਵੈਲਪਮੈਂਟਲ ਵਰਕ, ਹੈ ਨਾ ਜੀ। ਹਰ MP ਕਿਸੇ ਨਾ ਕਿਸੇ ਰੀਜਨ ਨੂੰ ਰਿਪਰੈਜ਼ੈਂਟ ਕਰਦਾ ਹੈ, ਤਾਂ ਉਹ MP ਉਸ ਰੀਜਨ ਦੇ ਡਿਵੈਲਪਮੈਂਟਲ ਵਰਕ 'ਤੇ ਫੋਕਸ ਕਰ ਸਕੇ। ਡਿਵੈਲਪਮੈਂਟਲ ਵਰਕ ਕੁਛ ਵੀ ਹੋ ਸਕਦਾ ਹੈ, ਜਿਵੇਂ ਕਿ ਡਰਿੰਕਿੰਗ ਵਾਟਰ ਦੀ ਫੈਸਿਲਿਟੀ ਕ੍ਰੀਏਟ ਕਰਨਾ, ਜਾਂ ਸਕੂਲਸ ਕ੍ਰੀਏਟ ਕਰਨਾ, ਹੌਸਪੀਟਲਸ ਕ੍ਰੀਏਟ ਕਰਨਾ, ਜਾਂ ਫਿਰ ਕਿਸੇ ਵੀ ਤਰੀਕੇ ਦਾ ਹੋਰ ਇਨਫਰਾਸਟਰਕਚਰ ਕ੍ਰੀਏਟ ਕਰਨਾ, ਹੈ ਨਾ। ਜਿਸ ਤਰੀਕੇ ਨਾਲ, ਜਿਸ ਵੀ ਫੈਸਿਲਿਟੀ ਨਾਲ ਉਸ ਏਰੀਆ ਦੀ ਡਿਵੈਲਪਮੈਂਟ ਹੋਵੇ। ਡਿਜ਼ਾਸਟਰਸ ਨੂੰ ਮੈਨੇਜ ਕਰਨਾ, ਜਿਵੇਂ ਕਿ ਹੁਣ ਕੋਵਿਡ ਆਇਆ ਸੀ ਤਾਂ ਕੋਵਿਡ ਲਈ ਫੈਸਿਲਿਟੀ ਕ੍ਰੀਏਟ ਕਰਨਾ, ਸਭ ਇਸ ਡਿਵੈਲਪਮੈਂਟਲ ਵਰਕ ਦੇ ਅੰਡਰ ਇਨਕਲੂਡਡ ਹੈ। ਅਤੇ ਇਹ ਸਭ ਦੇ ਲਈ MPs ਜਿਹੜੇ ਹੈ ਪੈਸਾ ਦੇ ਸਕਦੇ ਹੈ ਥਰੂ MP ਲੈਡ ਫੰਡਿੰਗ। ਠੀਕ ਹੈ ਜੀ। ਹੁਣ ਇਹ ਦੇਖੋ ਜੀ, ਇਹ ਸਕੀਮ ਜਿਹੜੀ ਹੈ ਮਿਨਿਸਟਰੀ ਆਫ ਸਟੈਟਿਸਟਿਕਸ ਐਂਡ ਪ੍ਰੋਗਰਾਮ ਇੰਪਲੀਮੈਂਟੇਸ਼ਨ ਦੇ ਅੰਡਰ ਹੈ। ਇਹ ਮਿਨਿਸਟਰੀ ਇਸ MP ਲੈਡ ਸਕੀਮ ਲਈ ਫੰਡਿੰਗ ਦਿੰਦੀ ਹੈ। ਇਹ ਬਹੁਤ ਇੰਪੋਰਟੈਂਟ ਹੈ, ਪ੍ਰੀ ਵਿੱਚ ਇਹ ਕੁਐਸਚਨ ਪੁੱਛਿਆ ਜਾ ਸਕਦਾ, ਇਸ ਲਈ ਯਾਦ ਰੱਖੋ। ਇਸ ਸਕੀਮ ਦੇ ਅੰਡਰ ਹਰ MP ਨੂੰ 5 ਕਰੋੜ ਰੁਪਏ ਦਿੱਤੇ ਜਾਂਦੇ ਹੈ। ਰਾਈਟ, 5 ਕਰੋੜ ਰੁਪਏ ਦਿੱਤੇ ਜਾਂਦੇ ਹੈ ਹਰ ਸਾਲ, ਪਰ ਈਅਰ, ਤਾਂ ਕਿ ਉਹ ਆਪਦੇ ਏਰੀਆ ਦੇ ਡਿਵੈਲਪਮੈਂਟ ਦੇ ਵਰਕ ਲਈ ਕੰਟਰੀਬਿਊਟ ਕਰ ਸਕਣ। ਠੀਕ ਹੈ ਜੀ। ਹੁਣ ਦੇਖੋ, ਇਹ ਸ਼ੁਰੂ ਤੋਂ 5 ਕਰੋੜ ਦੀ ਸਹੂਲਤ ਨਹੀਂ ਸੀ। ਅਗਰ ਤੁਸੀਂ ਬੈਕਗਰਾਊਂਡ ਦੇਖੋ ਸਕੀਮ ਦਾ, ਤਾਂ ਇਨੀਸ਼ੀਅਲੀ 1993 ਦੇ ਵਿੱਚ ਸਿਰਫ 5 ਕਰੋੜ ਰੁਪਇਆ ਜਿਹੜਾ ਹੈ, 5 ਲੱਖ ਰੁਪਇਆ ਜਿਹੜਾ ਹੈ
ਇੱਕ MP ਦੇ ਹੱਥ ਦੇ ਅੰਡਰ ਸੀ, ਜਿਹੜਾ ਕਿ ਉਹ ਆਪਦੇ ਏਰੀਆ ਦੇ ਡਿਵੈਲਪਮੈਂਟ ਵਰਕ ਵਿੱਚ ਯੂਜ਼ ਕਰ ਸਕਦਾ ਸੀ। 1994 'ਚ ਇਹ ਵਧਾ ਕੇ 1 ਕਰੋੜ ਕਰ ਦਿੱਤਾ ਗਿਆ। ਉਹ ਤੋਂ ਬਾਅਦ ਫਿਰ ਜ਼ਰੂਰਤ ਦੇ ਅਨੁਸਾਰ 98 'ਚ 2 ਕਰੋੜ ਤੇ ਕੀਤਾ ਗਿਆ ਐਂਡ ਫਾਈਨਲੀ 2011 ਤੋਂ 5 ਕਰੋੜ ਰੁਪਇਆ ਹਰ MP ਨੂੰ ਹਰ ਸਾਲ ਦਿੱਤਾ ਜਾਂਦਾ ਹੈ, ਤਾਂ ਕਿ ਉਹ ਆਪਦੇ ਏਰੀਆ, ਆਪਦੀ ਕੌਂਸਟੀਟੂਐਂਸੀ ਦੇ ਵਿੱਚ ਡਿਵੈਲਪਮੈਂਟ ਵਰਕ 'ਚ ਕੰਟਰੀਬਿਊਟ ਕਰ ਸਕੇ। ਠੀਕ ਹੈ ਜੀ। ਹੁਣ ਹੋਰ ਫੀਚਰਸ ਕਿਆ ਹੈ ਇਸ ਸਕੀਮ ਤੇ? ਇਹ ਸਕੀਮ ਅਗਰ ਤੁਸੀਂ ਦੇਖੋ ਸੈਂਟਰਲੀ ਸਪੋਂਸਰਡ ਸਕੀਮ ਹੈ। ਠੀਕ ਹੈ ਜੀ, ਸੈਂਟਰਲੀ ਸਪੋਂਸਰਡ ਸਕੀਮ ਹੈ। ਇਹ ਬਹੁਤ ਹੀ ਇੰਪੋਰਟੈਂਟ ਫੀਚਰ ਹੈ, ਇਹ ਤੁਸੀਂ ਯਾਦ ਰੱਖਣਾ ਹੈ। ਜਿਹੜੀਆਂ ਗਵਰਨਮੈਂਟ ਸਕੀਮਸ ਹੈ ਨਾ, ਉਹ 2 ਟਾਈਪ ਦੀਆਂ ਹੁੰਦੀਆਂ ਨੇ, ਸੈਂਟਰਲੀ ਸਪੋਂਸਰਡ ਸਕੀਮਸ, ਸੈਂਟਰਲ ਸੈਕਟਰ ਸਕੀਮ। ਸੈਂਟਰਲ ਸੈਕਟਰ ਸਕੀਮ ਦਾ ਮਤਲਬ ਇਹ ਹੈ ਕਿ 100% ਜਿਹੜੀ ਆ ਫੰਡਿੰਗ ਸੈਂਟਰ ਦਊਗੀ, ਸੈਂਟਰ ਗਵਰਨਮੈਂਟ ਦਊਗੀ। ठीक है जी, सेंट्रल गवर्नमेंट द्वारा सारी फंडिंग आती है। सेंट्रल स्पॉन्सर्ड स्कीम, स्पॉन्सर कर रही है सेंटर, मतलब कुछ हिस्सा स्टेट का भी होगा। जिमें ला लो 60-40 हो गया, 60% फंड सेंटर दऊ, 40% स्टेट, या 75-25 है ना, इस तरीके नाल, या 50-50, 50-50% दोनों का कॉन्ट्रीब्यूशन किसी तरीके नाल भी हो सकता है। कहने का मतलब है ये सेंटर स्पॉन्सर कर रहा है, कुछ पैसा इसके अंडर दऊगा। ठीक है, तो MP लैड भी सेंट्रली स्पॉन्सर्ड स्कीम है। ठीक है, बहुत इंपॉर्टेंट फीचर है। नैक्सट इंपॉर्टेंट फीचर जिहड़ा है इस स्कीम का, वो कहता है कि जिहड़े फंड्स है इस स्कीम के अंडर वो नॉन लैप्सेबल है। मतलब एक बार इस स्कीम के अंडर पैसा एलोकेट हो गया तो वो इस स्कीम के अंडर ही रहिंदा है, चाहे स्पेंड करो ना करो, MP लैड के अंडर ही रहूगा। नहीं तो बाकी स्कीम्स 'ਚ ਇਹ ਹੁੰਦਾ ਹੈ कि अगर कोई अनस्पेंट मनी रह जाए तो वो किसी होर परपस ਲਈ भी यूज़ हो सकती है। बट हेयर नॉन लैप्सेबल मतलब फॉर नो अदर परपस दैट मनी कैन बी यूज्ड, सिर्फ MP लैड्स 'ਚ ही यूज़ होगी। ठीक है जी, तो ये स्कीम के बेसिक फीचर है। वाटर हैल्थ इंफ्रास्ट्रक्चर, कोविड, नैचुरल कैलामिटी, इन्होंने सब ते जो MP है स्पेंड कर सकता है। आप बेसिक फीचर्स याद रखो, प्री च भी काम आएंगे, मेन्स च भी बहुत इंपॉर्टेंट है। ठीक है, हुण MP लैड स्कीम आपां बेसिक्स पढ़ ले, बट इसते एडवांटेजिस क्या है, डिसएडवांटेजिस क्या है, वो भी देख लैंने हैं डिटेल च। तो पहला अगर आपां इहदे एडवांटेजिस या प्रोज अगर देखिए, तो सब तो पहला एडवांटेज इस स्कीम का है कि ऑबवियसली डेवलपमेंटल नीड्स ਨੂੰ ਫੁੱਲਫਿਲ ਕਰਨ 'ਚ ਕੰਮ ਆਊਗਾ। ਲੋਕਲ ਏਰੀਆਜ਼ ਦੇ MPs ਜਿਹੜੇ ਆਪਦੇ ਏਰੀਆ ਦੀ ਪ੍ਰੋਬਲਮਸ ਨੂੰ ਸਮਝ ਕੇ ਉਹ 'ਤੇ ਪੈਸਾ ਲਾ ਸਕਦੇ ਹੈ ਨਾ ਜੀ, ਬਹੁਤ ਹੀ ਇੰਪੋਰਟੈਂਟ ਇਨੀਸ਼ੀਏਟਿਵ ਹੈ। ਉਹ ਤੋਂ ਬਾਅਦ MP ਸਿਰਫ ਲਾਅ ਨਾ ਮੇਕ ਕਰੇ। ਠੀਕ ਹੈ, MP ਦਾ ਮਤਲਬ ਕਿਆ ਹੈ, ਲੈਜਿਸਲੇਟਰ, ਜਿਹੜੇ ਕਿ ਆਪਣੇ ਲਈ ਲਾਜ਼ ਬਣਾਉਂਦੇ ਹੈ। ਇਸ 'ਚ ਇਹ ਵੀ ਕਿਹਾ ਜਾ ਰਿਹਾ ਹੈ ਕਿ MP ਜਿਹੜਾ ਹੈ ਉਹ ਆਪਣਾ ਰੈਪਰੈਜ਼ੈਂਟੇਟਿਵ ਵੀ ਹੈ, ਤਾਂ MP ਆਪਣੇ ਲਈ ਕੰਮ ਵੀ ਕਰ ਸਕੇ ਸਿੱਧਾ। ਉਸ ਹੀ ਰਾਈਟ ਟੂ ਪਰਫਾਰਮ ਡਿਵੈਲਪਮੈਂਟਲ ਫੰਕਸ਼ਨਸ ਨੂੰ ਅਪਹੋਲਡ ਕਰਦੀ ਹੈ MP ਲੈਡਸ ਸਕੀਮ। ਠੀਕ ਹੈ ਜੀ, ਫਿਰ ਓਬਵੀਅਸਲੀ ਜਦੋਂ ਆਪਣੇ ਲੈਜਿਸਲੇਟਰਸ ਆਪਣੇ ਜਿਹੜੇ ਹੈ MPs ਆਪਣੇ ਲਈ ਕੰਮ ਕਰਨਗੇ ਤਾਂ ਆਪਣੇ ਸਿਟੀਜ਼ਨਸ ਤੇ MPs 'ਚ ਜਿਹੜਾ ਕਨੈਕਟ ਹੈ ਉਹ ਕਾਫੀ ਸਟਰੋਂਗ ਹੋਵੇਗਾ। ਇਸੇ ਲਈ ਇਹ ਸਕੀਮ बहुत इंपॉर्टेंट है इन्ना सब कारणों ਲਈ। लोकल डेवलपमेंट, राइट टू परफॉर्म ड्यूटी ते सिटीजन लैजिसलेटर कनैक्ट बनता है। राइट नाउ ये तो सब हो गए फायदे, बट देयर आर मैनी इशूज़ और चैलेंजिज या कंसर्नस तुसी कह सकते हो इस स्कीम के नाल जिहड़े रिलेटेड आ, वो भी डिस्कस करने बहुत जरूरी है। फर्स्ट कंसर्न है सैपरेशन ऑफ पावर दे प्रिंसीपल नूं वायलेट किया जा रहा है इस स्कीम के अकॉर्डिंग। सैपरेशन ऑफ पावर प्रिंसीपल क्या है, अगर तुसी पॉलिटी पढ़ चुके हो तो तुसी थोड़ा बहुत देखा होगा कि सैपरेशन ऑफ पावर च क्या जाता है। अगर तुसी स्ट्रिक्ट सैपरेशन ऑफ पावर देखो तो लैजिसलेचर, एग्जैक्टिव ते जुडिशरी दे फंक्शन जिहड़े आ अड अड होने चाहिए ने। ठीक है, लैजिसलेचर लॉ बनाएगा, एग्जैक्टिव वो लॉज नूं इंप्लीमेंट करेगा ਤੇ ਜੁਡੀਸ਼ਰੀ ਇਹਨਾਂ ਲॉज ਦੇ ਉੱਤੇ ਜਜਮੈਂਟਸ ਪਾਸ ਕਰੇਗੀ। ਠੀਕ ਹੈ ਜੀ, ਜਾਂ ਐਜੂਕੇਟ ਕਰੇਗੀ। ਠੀਕ ਹੈ, ਇਹਨਾਂ 'ਚ ਕੋਈ ਵੀ ਇੰਟਰਮਿਕਸਿੰਗ ਨਹੀਂ ਹੋਣੀ ਚਾਹੀਦੀ। ਪਰ ਤੁਸੀਂ ਇੱਥੇ ਦੇਖੋ ਲਾਅ ਬਣਾਉਣ ਵਾਲਾ ਬੰਦਾ ਯਾਨੀ ਕਿ ਆਪਣਾ MP ਜਿਹੜਾ ਹੈ ਉਹ ਸਕੀਮ ਇੰਪਲੀਮੈਂਟੇਸ਼ਨ ਵਿੱਚ ਇੰਟਰਫੇਅਰਿੰਗ ਕਰ ਸਕਦਾ ਹੈ ਅਕੋਰਡਿੰਗ ਟੂ MP ਲੈਡ ਸਕੀਮ।
ਇਸੇ ਲਈ ਕਿਹਾ ਜਾ ਰਿਹਾ ਹੈ ਕਿ ਤੁਸੀਂ ਲੈਜਿਸਲੇਚਰ ਨੂੰ ਸਕੀਮਸ ਇੰਪਲੀਮੈਂਟ ਕਰਨ ਦੀ ਸਹੂਲਤ ਦੇਤੀ ਤਾਂ ਮਤਲਬ ਸੈਪਰੇਸ਼ਨ ਆਫ ਪਾਵਰ ਜਿਹੜੀ ਹੈ ਇੱਥੇ ਖਤਮ ਹੋ ਰਹੀ ਹੈ। ਇਸੇ ਲਈ ਇਸ ਸਕੀਮ ਦਾ ਬਹੁਤ ਕ੍ਰਿਟਿਸਿਜ਼ਮ ਕੀਤਾ ਜਾਂਦਾ ਹੈ। ਠੀਕ ਹੈ ਜੀ, ਇਹ ਫਰਸਟ ਇਸ਼ੂ ਹੋ ਗਿਆ। ਸੈਕਿੰਡ ਇਸ਼ੂ ਇਸ ਸਕੀਮ ਦਾ ਹੈ ਵਾਇਲੇਟਸ 73rd ਐਂਡ 74th ਅਮੈਂਡਮੈਂਟ। ਅਗਰ ਤੁਸੀਂ ਥੋੜੀ ਬਹੁਤ ਪੋਲਿਟੀ ਹੋਰ ਪੜ੍ਹੀ ਹੈ ਤਾਂ ਤੁਸੀਂ ਜਾਣਦੇ ਹੋਵੋਗੇ ਕਿ ਇਹ ਸਕੀਮ ਜਿਹੜੀ ਹੈ ਬੇਸਿਕਲੀ ਤੁਹਾਡੇ ਪੰਚਾਇਤੀ ਰਾਜ ਇੰਸਟੀਟਿਊਸ਼ਨਸ ਜਾਂ ਅਰਬਨ ਲੋਕਲ ਗਵਰਨਮੈਂਟਸ ਦੇ ਨਾਲ ਰਿਲੇਟਡ ਹੈ। ਠੀਕ ਹੈ, ਤਾਂ ਫਿਰ ਦੇਖੋ ਜੀ, ਇਹ ਜਿਹੜੀ ਬਾਡੀਜ਼ ਹੈ ਇਹ ਸਪੈਸੀਫਿਕਲੀ ਬਣੀਆਂ ਹੀ ਲੋਕਲ ਡਿਵੈਲਪਮੈਂਟ ਲਈ ਹੈ, ਜਿਹੜਾ ਲੋਅਰ ਲੈਵਲ ਤੇ ਸਿੱਧਾ ਲੋਕਾਂ ਦੀ ਡਿਵੈਲਪਮੈਂਟ ਨੂੰ ਇਨਸ਼ੋਰ ਕਰੇ। ਹੁਣ ਅਗਰ ਐਮਪੀ ਜਿਹੜੇ ਹੈ ਉਹ ਇਸ ਕੰਮਾਂ ਕਾਰਾਂ 'ਚ ਡਿਵੈਲਪਮੈਂਟ 'ਚ ਇਨਵੋਲਵ ਹੋ ਜਾਣਗੇ, ਦੈਟ ਮੀਨਸ ਜਿਹੜਾ ਪੀਆਰਆਈਜ਼ ਦੀ ਇਨਵੋਲਵਮੈਂਟ ਹੈ ਉਹਨੂੰ ਇਨਕਲੂਡ ਨਹੀਂ ਕੀਤਾ ਜਾਏਗਾ ਜਾਂ ਉਹ ਜਿਹੜੀ ਹੈ ਇੰਪੈਕਟ ਹੋਊਗੀ। ਪੀਆਰਆਈਜ਼ ਦਾ ਰੋਲ ਜਿਹੜਾ ਹੈ ਇੰਪੈਕਟ ਹੋ ਰਿਹਾ ਹੈ। ਐਮਪੀ ਜਦ ਵੀ ਫੰਡ ਐਲੋਕੇਟ ਕਰਦਾ ਹੈ ਕੁਝ ਡਿਵੈਲਪਮੈਂਟ ਲਈ, ਕੀ ਉਹ ਪੀਆਰਆਈਜ਼ ਤੋਂ ਪੁੱਛਦਾ ਹੈ ਕਿ ਕਿਆ ਜ਼ਰੂਰਤ ਹੈ ਲੋਕਲ ਏਰੀਆ ਦੀ? ਨਹੀਂ ਹੈ ਜੀ, ਕੋਈ ਕੰਪਲਸ਼ਨ ਨਹੀਂ ਹੈ। ਕਈ ਏਰੀਆਜ਼ 'ਚ ਹੋ ਸਕਦਾ ਹੈ ਪੁੱਛਦਾ ਹੋਵੇ, ਬਟ ਲਾਅ ਦੇ ਅਕੋਰਡਿੰਗ ਦੇਰ ਇਜ਼ ਨੋ ਕੰਪਲਸ਼ਨ ਟੂ ਇਨਕਲੂਡ ਪੀਆਰਆਈਜ਼ ਇਨ ਦੀ ਡਿਸੀਜਨ ਮੇਕਿੰਗ ਆਫ ਦੀ ਐਮਪੀ। ਠੀਕ ਹੈ ਜੀ, ਫਿਰ ਪੀਆਰਆਈਜ਼ ਹੋਏ ਹੀ ਕਾਹਦੇ ਵੱਲ? ਉਹ ਲੋਕਲ ਏਰੀਆ ਦੇ ਹੈੱਡ ਨੇ, ਉਹਨਾਂ ਤੋਂ ਤਾਂ ਪੁੱਛਿਆ ਜਾਵੇ ਕਿ ਕਿੱਥੇ ਪੈਸਾ ਸਪੈਂਡ ਕਰਨਾ ਹੈ। ਇਸੇ ਲਈ ਇਸ ਸਕੀਮ ਨੂੰ ਇਸ ਕਾਰਨ ਕਰਕੇ ਵੀ ਕ੍ਰਿਟਿਸਾਈਜ਼ ਕੀਤਾ ਜਾਂਦਾ ਹੈ ਕਿ ਇਹ ਜਿਹੜਾ ਹੈ ਪੀਆਰਆਈਜ਼ ਦੇ ਰੋਲ ਨੂੰ ਐਡਿਕੇਟਲੀ ਰਿਕਗਨਾਈਜ਼ ਨਹੀਂ ਕਰ ਰਹੀ। ਰਾਈਟ, ਨੈਕਸਟ ਇਸ਼ੂ ਜਿਹੜਾ ਇਸ ਸਕੀਮ ਦੇ ਵਿੱਚ ਹੈ ਅੰਡਰ ਯੂਟਿਲਾਈਜੇਸ਼ਨ। ਜਿਵੇਂ ਕਿ ਇਸ ਨਿਊਜ਼ ਆਈਟਮ 'ਚ ਕਿਹਾ ਗਿਆ ਹੈ, ਜਿਹੜੇ ਐਮਪੀ ਸੰਨੀ ਦਿਓਲ ਨੇ ਉਹਨਾਂ ਨੇ ਆਪਦੇ ਐਲੋਕੇਟਡ ਫੰਡ ਵਿੱਚੋਂ ਹਜੇ ਤੱਕ ₹7 ਕਰੋੜ ਜਿਹੜਾ ਹੈ ਕਿਤੇ ਵੀ ਸਪੈਂਡ ਨਹੀਂ ਕੀਤਾ ਹੈ। ਇਹ ਦੇਖੋ, ਨॉन ਲੈਪਸੇਬਲ ਫੰਡ ਹੈ ਨਾ, ਪੁਰਾਣਾ ਵੀ ਜੁੜ ਕੇ 7 ਕਰੋੜ ਬਣ ਗਿਆ ਹੋਣਾ ਉਹਨਾਂ ਦਾ। ਪਿਛਲੇ ਸਾਲ ਦਾ 2 ਕਰੋੜ, ਇਸ ਸਾਲ ਦਾ 5 ਕਰੋੜ ਲਾ ਲਓ, ਤੇ 7 ਕਰੋੜ ਪਿਆ ਹੈ, ਤੇ ਉਹਨਾਂ ਨੂੰ ਇਹ ਨਹੀਂ ਸਮਝ ਆ ਰਿਹਾ ਕਿ ਇਹ ਕਿੱਥੇ ਸਪੈਂਡ ਕੀਤਾ ਜਾਵੇ। ਤਾਂ ਜਦ ਸਕੀਮ ਦਾ ਪੈਸਾ ਹੀ ਨਹੀਂ ਤੁਸੀਂ ਸਪੈਂਡ ਕਰ ਪਾ ਰਹੇ ਹੋ ਤਾਂ ਉਹਦੇ ਲਾਭ ਕਿਵੇਂ ਆਉਣਗੇ? ਤਾਂ ਇਹ ਅੰਡਰ ਯੂਟਿਲਾਈਜੇਸ਼ਨ ਦਾ ਇਸ਼ੂ ਬਹੁਤ ਵੱਡਾ ਹੈ। ਸਕੀਮ ਦੇ ਵਿੱਚ ਪ੍ਰੋਪਰਲੀ ਫੰਡ ਜਿਹੜੇ ਆ ਯੂਟਿਲਾਈਜ਼ ਨਹੀਂ ਹੋ ਪਾਉਂਦੇ। ਠੀਕ ਹੈ, ਇਸੇ ਤਰੀਕੇ ਨਾਲ ਆ ਜਿਹੜਾ ਕਰੰਟ ਅਫੇਅਰ ਤੁਹਾਡੇ ਲਈ ਇੰਪੋਰਟੈਂਟ ਹੈ। ਅਗਰ ਇਹ ਤੁਸੀਂ ਇਹ ਐਗਜ਼ੈਕਟ ਐਗਜ਼ਾਮਪਲ ਪੇਪਰ 'ਚ ਐਮਪੀ ਲੈਟਸ ਦੇ ਕੁਐਸਚਨ 'ਚ ਲਿਖ ਕੇ ਆਉਂਦੇ ਹੋ, ਤੁਹਾਨੂੰ ਬਹੁਤ ਹੀ ਅੱਛੇ ਮਾਰਕਸ ਮਿਲਣਗੇ। ਇਸੇ ਲਈ ਇਸ ਡਿਸਕਸ਼ਨ ਵਿੱਚ ਇਸ ਟੌਪਿਕ ਨੂੰ ਇਨਕਲੂਡ ਕੀਤਾ ਗਿਆ। ਇਹ ਐਗਜ਼ਾਮਪਲ ਤੁਸੀਂ ਯੂਜ਼ ਕਰ ਸਕਦੇ ਹੋ ਆਨਸਰਸ 'ਚ, ਤੇ ਪੂਰਾ ਐਮਪੀ ਲੈਟਸ ਵੀ ਤੁਹਾਨੂੰ ਸਮਝਾ ਦਿੱਤਾ ਗਿਆ ਹੈ। ਇਸ ਤਰੀਕੇ ਨਾਲ ਅਸੀਂ ਸਟੈਟਿਕ ਤੇ ਕਰੰਟ ਅਫੇਅਰ ਜਿਹੜੇ ਇਸ ਡਿਸਕਸ਼ਨ 'ਚ ਇੰਟੀਗ੍ਰੇਟ ਕਰ ਰਹੇ ਨੇ। ਠੀਕ ਹੈ ਜੀ, ਨਾਓ ਨੈਕਸਟ ਇਸ਼ੂ ਜਿਹੜਾ ਇਸ ਸਕੀਮ 'ਚ ਹੈ ਉਹ ਡਿਸਕਸ ਕਰ ਲੈਂਦੇ ਹਾਂ। ਕੈਗ, ਦੇਖੋ ਤੁਹਾਡਾ ਜਿਹੜਾ ਕੰਟਰੋਲਰ ਐਂਡ ਆਡੀਟਰ ਜਨਰਲ ਹੈ, ਕੈਗ ਬਹੁਤ ਇੰਪੋਰਟੈਂਟ ਬੋਡੀ ਹੈ, ਕਦੇ ਨਾ ਕਦੀ ਇਹ ਵੀ ਪੜਾਂਗੇ। ਦਾ ਕੈਗ ਨੇ ਬਹੁਤ ਵਾਰ ਆਪਦੀ ਰਿਪੋਰਟ 'ਚ ਦੱਸਿਆ ਹੈ ਕਿ ਇਹ ਸਕੀਮ 'ਚ ਬਹੁਤ ਹੀ ਕਰਪਸ਼ਨ ਤੇ ਮਿਸ ਐਪਰੋਪਰੀਏਸ਼ਨ ਦੇ ਵੀ ਕੇਸਿਸ ਜਿਹੜੇ ਆ ਦੇਖੇ ਗਏ ਹੈ। ਜਿਨ੍ਹਾਂ ਨੂੰ ਪੈਸਾ ਦਿੱਤਾ ਜਾਂਦਾ ਹੈ, ਜਿਨ੍ਹਾਂ ਅਥੋਰਿਟੀਜ਼ ਨੂੰ, ਡਿਸਟ੍ਰਿਕਟ ਅਥੋਰਿਟੀਜ਼ ਨੂੰ, ਜਾਂ ਜਿਨ੍ਹਾਂ ਦੇ ਹਵਾਲੇ ਪੈਸਾ ਕੀਤਾ ਜਾਂਦਾ ਹੈ, ਬਹੁਤ ਵਾਰ ਦੇਖਿਆ ਗਿਆ ਹੈ ਕਿ ਉਹ ਮਿਸਯੂਜ਼ ਹੋ ਰਿਹਾ ਹੈ, ਪਰਸਨਲ ਕੰਮਾਂ ਲਈ ਯੂਜ਼ ਹੋ ਰਿਹਾ ਹੈ, ਜਾਂ ਆਪਦੇ ਭਾਈ ਬੰਦੂ ਜਾਂ ਤੁਸੀਂ ਕਹਿ ਸਕਦੇ ਹੋ ਕੰਟਰੈਕਟਸ ਜਿਹੜੇ ਆਪਦੇ ਜਾਣਕਾਰੀ ਦੇ ਲੋਕਾਂ ਨੂੰ ਦਿੱਤੇ ਜਾ ਰਹੇ ਨੇ ਇਸ ਸਕੀਮ ਦੇ ਅੰਡਰ। ਤਾਂ ਬਹੁਤ ਸਾਰੀ ਕਰਪਸ਼ਨ ਤੇ ਮਿਸ ਐਪਰੋਪਰੀਏਸ਼ਨ ਦਾ ਵੀ ਇਸ਼ੂ ਹੈ। ਫਾਈਨਲ ਇਸ਼ੂ ਹੈ ਨੌਨ ਪਾਰਟਿਸਿਪੇਸ਼ਨ। ਦੇਖੋ, ਇਹ ਸਕੀਮ ਬਣੀ ਹੈ ਲੋਕਲ ਡਿਵੈਲਪਮੈਂਟ ਲਈ ਨਾ। ਹੁਣ ਲੋਕਲ ਡਿਵੈਲਪਮੈਂਟ 'ਚ ਅਗਰ ਨੋ ਲੋਕਲ ਪਾਰਟਿਸਿਪੇਸ਼ਨ ਹੈ ਤਾਂ ਸਕੀਮ ਕਿਵੇਂ ਸਕਸੈਸਫੁਲ ਹੋਊਗੀ? ਠੀਕ ਹੈ, ਜਿਵੇਂ ਕਿ ਤੁਸੀਂ ਐਗਜ਼ਾਮਪਲ ਲਓ ਕਿ ਆਪਾਂ ਚੰਡੀਗੜ੍ਹ 'ਚ ਪੈਸਾ ਲਾਣਾ ਹੈ ਐਮਪੀ ਨੇ, ਤੇ ਐਮਪੀ ਚੰਡੀਗੜ੍ਹ ਦੇ ਲੋਕਾਂ ਨੂੰ ਹੀ ਨਹੀਂ ਪੁੱਛ ਰਿਹਾ ਕਿ ਉਹਨਾਂ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਨਾ ਜੀ। ਹੁਣ ਚੰਡੀਗੜ੍ਹ ਦੇ ਲੋਕਾਂ ਨੂੰ ਲਾ ਲਓ ਸਟਰੀਟ ਲਾਈਟਸ ਦੀ ਜ਼ਰੂਰਤ ਹੈ, ਤੇ ਐਮਪੀ ਜਿਹੜਾ ਹੈ ਉਹ ਬਿਊਟੀਫਿਕੇਸ਼ਨ 'ਤੇ ਪੈਸਾ ਲਾਈ ਜਾਂਦਾ ਹੈ। ਠੀਕ ਹੈ, ਤਾਂ ਇਸ ਤਰੀਕੇ ਨਾਲ ਪਾਰਟਿਸਿਪੇਸ਼ਨ ਲੋਕਾਂ ਦੀ ਹੋਣੀ ਬਹੁਤ ਜ਼ਰੂਰੀ ਹੈ, ਜਿਹੜੀ ਕਿ ਇਹ ਸਕੀਮ 'ਚ ਮਿਸਿੰਗ ਦੇਖੀ ਗਈ ਹੈ। ਠੀਕ ਹੈ, ਸੋ ਇਹ ਬੇਸਿਕ ਇਹਦੇ ਪ੍ਰੋਸ ਤੇ ਕੌਨਸ ਹੈ ਸਕੀਮ ਦੇ। ਬਹੁਤ ਹੀ ਇੰਪੋਰਟੈਂਟ ਸਕੀਮ ਹੈ, ਬੇਸਿਕਸ ਕਰੋ, ਸਨੀ ਦਿਓਲ ਦੀ ਐਗਜ਼ਾਮਪਲ ਯਾਦ ਰੱਖੋ, ਪ੍ਰੋਸ ਐਂਡ ਕੌਨਸ ਯਾਦ ਰੱਖੋ। ਇਹ ਤੁਹਾਡੇ GS2 ਦੇ ਵਿੱਚ ਬਹੁਤ ਕੰਮ ਆਉਣ ਵਾਲੀ ਹੈ ਡਿਸਕਸ਼ਨ। ਠੀਕ ਹੈ, ਹੁਣ ਇਹ ਸਭ ਆਪਾਂ ਇਸ਼ੂਜ਼ ਤਾਂ ਸਕੀਮ 'ਚ ਦੇਖ ਲਈਏ, ਬਟ ਅੱਗੇ ਚੱਲ ਕੇ ਆਪਾਂ ਕਿਵੇਂ ਇਸ ਸਕੀਮ ਨੂੰ ਇੰਪਰੂਵ ਕਰ ਸਕਦੇ ਹਾਂ ਉਹਦੀਆਂ ਵੀ ਕੁਝ ਐਗਜ਼ਾਮਪਲਸ ਆਪਾਂ ਇੱਥੇ ਡਿਸਕਸ ਕੀਤੀਆਂ। ਜਿਵੇਂ ਕਿ ਕੋਟਾਯਾਮ ਦੀ ਐਗਜ਼ਾਮਪਲ ਦੇਖੋ, ਕੇਰਲਾ ਦਾ ਇੱਕ ਏਰੀਆ ਹੈ ਕੋਟਾਯਾਮ। ਇੱਥੇ ਜਿਹੜਾ
ਜਿਹੜੀ ਐਮਪੀ ਲੈਟ ਸਕੀਮ ਇੰਪਲੀਮੈਂਟ ਹੋਈ ਆ ਉਸ 'ਤੇ ਕੁਝ ਖਾਸ ਫੀਚਰਸ ਨੇ। ਫਰਸਟ ਫੀਚਰ ਹੈ ਕਿ ਪੀਪਲ ਦੀ ਪਾਰਟਿਸਿਪੇਸ਼ਨ ਨਾਲ ਡਿਸਾਈਡ ਕੀਤਾ ਜਾਂਦਾ ਹੈ ਕਿ ਕਿੱਥੇ ਪੈਸਾ ਲਾਣਾ ਹੈ। ਐਵੇਂ ਨਹੀਂ ਕਿ ਤੁਸੀਂ ਕਿਸੇ ਵੀ ਚੀਜ਼ 'ਤੇ ਲਗਾਈ ਜਾਓ, ਜਿਸ ਚੀਜ਼ ਦੀ ਉਸ ਏਰੀਆ ਦੇ ਲੋਕਾਂ ਨੂੰ ਜ਼ਰੂਰਤ ਹੈ ਉਸ 'ਤੇ ਹੀ ਆਪਾਂ ਪੈਸਾ ਲਾਵਾਂਗੇ। ਠੀਕ ਹੈ, ਤਾਂ ਪੀਪਲ ਪਾਰਟਿਸਿਪੇਸ਼ਨ ਬਹੁਤ ਹੀ ਇੰਪੋਰਟੈਂਟ ਫੀਚਰ ਹੈ ਕੋਟਾਯਾਮ ਦੀ ਐਮਪੀ ਲੈਟ ਦਾ, ਰਾਈਟ। ਉਸ ਤੋਂ ਬਾਅਦ ਸੈਕਿੰਡ ਇੰਪੋਰਟੈਂਟ ਹੈ ਕਿ ਪੀਆਰਆਈਜ਼ ਦੇ ਥਰੂ ਇੰਪਲੀਮੈਂਟੇਸ਼ਨ ਹੁੰਦੀ ਹੈ। ਆਪਾਂ ਕਹਿ ਰਹੇ ਸੀ ਕਿ ਲੋਕਲ ਲੈਵਲ 'ਤੇ ਪੀਆਰਆਈਜ਼ ਜਿਹੜੇ ਹੈਗੇ ਆ ਉਹ ਅਥੋਰਿਟੀਜ਼ ਨੇ, ਉਹਨਾਂ ਦੀ ਪਾਰਟਿਸਿਪੇਸ਼ਨ ਵੀ ਜ਼ਰੂਰੀ ਹੈ। ਤਾਂ ਇਹ ਦੇਖੋ ਇਸ ਏਰੀਆ ਵਿੱਚ ਪੀਆਰਆਈਜ਼ ਦੇ ਥਰੂ ਹੀ ਇੰਪਲੀਮੈਂਟ ਕਰਾਇਆ ਜਾਂਦਾ ਹੈ। ਜਿਹੜੀਆਂ ਪੰਚਾਇਤਾਂ ਹੈ ਆਪਣੀਆਂ, ਉਹ ਦੇਖਣਗੀਆਂ ਕਿ ਪਿੰਡ ਵਿੱਚ ਕੀ ਕਮੀ ਹੈ, ਪਿੰਡ 'ਚ ਪੌਂਡਸ ਨਹੀਂ ਹੈ, ਐਗਰੀਕਲਚਰ ਲਈ ਕੁਝ ਸਹੂਲਤ ਚਾਹੀਦੀ ਹੈ, ਜਾਂ ਰੋਡ ਬਣਾਉਣੀ ਹੈ, ਜਾਂ ਕੋਈ ਸਕੂਲ ਬਣਾਉਣਾ ਹੈ। ਠੀਕ ਹੈ, ਉਹ ਰਿਕਮੈਂਡੇਸ਼ਨ ਇਕੱਠੇ ਬੈਠ ਕੇ ਲੋਕਾਂ ਦੇ ਨਾਲ ਤਿਆਰ ਕੀਤਾ ਜਾਏਗਾ, ਪਲਾਨ ਜਿਹੜਾ ਹੈ ਤਿਆਰ ਕੀਤਾ ਜਾਏਗਾ, ਅਤੇ ਬਾਅਦ 'ਚ ਪੀਆਰਆਈ ਜਿਹੜੀ ਹੈ ਲੋਕਲ ਲੈਵਲ 'ਤੇ ਉਹਨੂੰ ਉਸ ਪਲਾਨ ਨੂੰ ਇੰਪਲੀਮੈਂਟ ਕਰੂਗੀ, ਪਾਰਟੀਸਿਪੇਟਰੀ ਪਲਾਨ ਨੂੰ ਇੰਪਲੀਮੈਂਟ ਕਰੂਗੀ। ਇਹੋ ਜਿਹਾ ਮਾਡਲ ਅਗਰ ਸਾਰੇ ਕਿਤੇ ਫੋਲੋ ਹੋ ਤਾਂ ਐਮਪੀ ਲੈਟਸ ਦੇ ਬਹੁਤ ਸਾਰੇ ਇਸ਼ੂਜ਼ ਖਤਮ ਹੋ ਜਾਣਗੇ, ਕਰਪਸ਼ਨ ਖਤਮ ਹੋਊਗੀ, ਲੋਕਾਂ ਦੀ ਇਨਵੋਲਵਮੈਂਟ ਹੋਊ, ਪੀਆਰਆਈਜ਼ ਦਾ ਰੋਲ ਯੂਟੀਲਾਈਜ਼ ਹੋ। ਠੀਕ ਹੈ ਜੀ, ਇਸ ਲਈ ਇਹ ਬਹੁਤ ਇੰਪੋਰਟੈਂਟ ਹੈ। ਉਸੇ ਤਰ੍ਹਾਂ ਅੱਗੇ ਕਰਪਸ਼ਨ ਘਟਾਉਣ ਲਈ ਵਾਰਾਣਸੀ 'ਚ ਇੱਕ ਇੰਪੋਰਟੈਂਟ ਇਨੀਸ਼ੀਏਟਿਵ ਲਿੱਤਾ ਗਿਆ ਹੈ ਕਿ ਸਮਝ ਲਓ ਡੀਸੀ ਸਾਹਿਬ ਜਿਹੜੇ ਆ ਤੁਹਾਡੇ ਰੈਗੂਲਰ ਇਨਸਪੈਕਸ਼ਨਸ ਕਰਦੇ ਰਹਿਣਗੇ ਤਾਂ ਕਿ ਕਰਪਸ਼ਨ ਵਗੈਰਾ ਦੇ ਕੇਸਿਸ ਜਿਹੜੇ ਹੈ ਉਹ ਘੱਟ ਸਕਣ। ਇਨਸਪੈਕਸ਼ਨਸ ਹੁੰਦੀਆਂ ਹੈ ਡੀਸੀ ਦੁਆਰਾ ਵੀ, ਅਤੇ ਲੋਕਲ ਕਮਿਊਨਿਟੀ ਨੂੰ ਵੀ ਇਨਵੋਲਵ ਕੀਤਾ ਜਾਂਦਾ ਹੈ ਕਿ ਲੋਕ ਵੀ ਧਿਆਨ ਰੱਖਣ ਕਿ ਪੈਸਾ ਕਿਸ ਤਰੀਕੇ ਨਾਲ ਲਗਾਇਆ ਜਾ ਰਿਹਾ ਹੈ, ਜਿਸ ਕੰਮ ਲਈ ਕਿਹਾ ਗਿਆ ਸੀ ਉੱਥੇ ਹੀ ਲਗਾਇਆ ਜਾ ਰਿਹਾ ਹੈ ਕਿ ਨਹੀਂ, ਇਹ ਵਾਰਾਣਸੀ 'ਚ ਕੀਤਾ ਜਾ ਰਿਹਾ ਹੈ। ਇਹ ਵੀ ਬਹੁਤ ਅੱਛੀ ਐਗਜ਼ਾਮਪਲ ਹੈ ਜਿਹੜੀ ਤੁਸੀਂ ਆਨਸਰਸ 'ਚ ਯੂਜ਼ ਕਰ ਸਕਦੇ ਹੋ। ਨੈਕਸਟ ਹੋਰ ਕਿਆ ਐਗਜ਼ਾਮਪਲ ਤੁਸੀਂ ਜਾਂ ਹੋਰ ਕੀ ਕੀਤਾ ਜਾ ਸਕਦਾ ਹੈ ਅੱਛੀ ਐਮਪੀ ਲੈਟਸ ਦੀ ਇੰਪਲੀਮੈਂਟੇਸ਼ਨ ਲਈ, ਐਮਪੀ ਲੈਟਸ ਦੇ ਇਸ਼ੂਜ਼ ਨੂੰ ਘੱਟ ਕਰਨ ਲਈ। ਨੈਕਸਟ ਕਰ ਸਕਦੇ ਹੋ ਕਿ ਸਰਵੇਜ਼ ਵਗੈਰਾ ਕੀਤੇ ਜਾਣ, ਰਾਈਟ। ਇੱਕ ਤੁਸੀਂ ਲੋਕਲ ਏਰੀਆ ਹੈ, ਤੁਸੀਂ ਦੇਖੋ ਕਿ ਉਸ 'ਤੇ ਨੀਡ ਕਿਆ ਹੈ, ਕਿਆ ਉਹਨਾਂ ਨੂੰ ਟਰੀਜ਼ ਚਾਹੀਦੇ ਹੈ, ਗਰੀਨਰੀ ਚਾਹੀਦੀ ਹੈ ਕਿ ਗਰਮੀ ਵਗੈਰਾ ਬਹੁਤ ਹੈ, ਜਾਂ ਉੱਥੇ ਪਾਣੀ ਦੀ ਫੈਸਿਲਿਟੀ ਚਾਹੀਦੀ ਹੈ, ਜਾਂ ਉਹਨਾਂ ਨੂੰ ਸਕੂਲਸ ਚਾਹੀਦੇ ਨੇ, ਜਾਂ ਉਹਨਾਂ ਨੂੰ ਹੌਸਪੀਟਲਸ ਚਾਹੀਦੇ ਹੈ। ਤਾਂ ਸਰਵੇ ਕੀਤਾ ਜਾਵੇ ਲੋਕਲ ਏਰੀਆ ਦਾ, ਉਹਦੀ ਨੀਡਸ ਨੂੰ ਆਈਡੈਂਟੀਫਾਈ ਕੀਤਾ ਜਾਵੇ, ਐਂਡ ਦੈਨ ਐਮਪੀ ਲੈਟਸ ਦੀ ਫੰਡਿੰਗ ਜਿਹੜੀ ਹੈ ਉਸ ਏਰੀਆ ਵਿੱਚ ਦਿੱਤੀ ਜਾਵੇ। ਠੀਕ ਹੈ ਜੀ, ਦੈਟ ਇਜ਼ ਵਾਟ we can do to improve MP LADS। ਨੈਕਸਟ ਹੈ ਇੰਪੈਕਟ ਅਸੈਸਮੈਂਟ ਕੀਤੀ ਜਾਵੇ। ਸਮਝ ਲਓ ਕਿ ਇੱਕ MP ਜਿਹੜਾ 5 ਕਰੋੜ ਰੁਪਇਆ ਐਜੂਕੇਸ਼ਨ ਲਈ ਲਗਾ ਰਿਹਾ ਇੱਕ ਏਰੀਆ 'ਚ, ਤਾਂ ਫਿਰ ਦੇਖਿਆ ਵੀ ਤਾਂ ਜਾਵੇ ਕਿ ਇਹ ਐਕਚੁਅਲੀ ਵਰਕ ਕਰ ਰਿਹਾ ਕਿ ਨਹੀਂ, ਰਿਜ਼ਲਟਸ ਆ ਰਹੇ ਨੇ, ਇੰਪੈਕਟਸ ਹੋ ਰਹੇ ਹੈ ਇਸ ਐਕਸਪੈਂਡੀਚਰ ਦਾ ਜਾਂ ਨਹੀਂ, ਰਾਈਟ। ਫੇਰ ਹੀ ਸਕੀਮ ਸਕਸੈਸ ਹੋਊਗੀ। ਅਗਰ ਤੁਸੀਂ ਆਊਟਪੁੱਟ ਹੀ ਨਹੀਂ ਦੇਖੋਗੇ, ਆਊਟਕਮ ਹੀ ਨਹੀਂ ਦੇਖੋਗੇ ਸਕੀਮ ਦਾ, ਤਾਂ ਕਿਆ ਹੀ ਉਸਦਾ ਲੋਡ। ਤਾਂ ਹਰ ਸਾਲ ਐਮਪੀ ਲੈਟਸ ਦੇ ਆਊਟਕਮਸ ਨੂੰ ਵੀ ਸਟੱਡੀ ਕੀਤਾ ਜਾਣਾ ਚਾਹੀਦਾ ਹੈ, ਉਸ ਤੋਂ ਬਾਅਦ ਹੀ ਹੋਰ ਪੈਸਾ ਇਸ ਸਕੀਮ ਨੂੰ ਦਿੱਤਾ ਜਾਵੇ। ਬਹੁਤ ਇੰਪੋਰਟੈਂਟ ਰਿਕਮੈਂਡੇਸ਼ਨ ਹੈ। ਅਤੇ ਲਾਸਟ ਰਿਕਮੈਂਡੇਸ਼ਨ ਜਿਹੜੀ ਆਪਾਂ ਦੇ ਸਕਦੇ ਹਾਂ ਕਿ ਇਸ ਨੂੰ ਲੈਪਸੇਬਲ ਬਣਾ ਦੀਜੀਏ। ਅਗਰ ਇੱਕ ਸਾਲ 'ਚ ਪੈਸਾ ਇਹ ਐਮਪੀ ਲੈਟਸ ਦੇ ਅੰਦਰ ਨਹੀਂ ਸਪੈਂਡ ਹੁੰਦਾ ਤਾਂ ਉਹ ਕਿਸੇ ਹੋਰ ਸਕੀਮ ਜਾਂ ਕਿਸੇ ਹੋਰ ਨੀਡ ਵਿੱਚ ਯੂਜ਼ ਕੀਤਾ ਜਾ ਸਕੇ, ਸਿਰਫ ਖਾਲੀ ਪਰਸ 'ਚ ਨਾ ਪਿਆ ਰਹੇ, ਰਾਈਟ। ਉਹ ਮਤਲਬ ਹੈ ਲੈਪਸੇਬਲ ਬਣਾਉਣ ਦਾ। ਠੀਕ ਹੈ ਜੀ, ਫਿਰ ਇਹ ਸਾਰੀ ਰਿਕਮੈਂਡੇਸ਼ਨਸ ਤੁਸੀਂ ਯੂਜ਼ ਕਰ ਸਕਦੇ ਹੋ ਆਨਸਰ 'ਚ ਆਪਦੇ ਆਰਗੂਮੈਂਟਸ ਨੂੰ ਕਨਕਲੂਡ ਕਰਨ ਲਈ, ਰਾਈਟ। ਨੈਕਸਟ ਇੰਪੋਰਟੈਂਟ ਨਿਊਜ਼ ਆਈਟਮ ਜਿਹੜੀ ਅੱਜ ਆਪਾਂ ਡਿਸਕਸ ਕਰਨ ਵਾਲੇ ਹੈ ਉਹ ਹੈ ਕ੍ਰਾਈਮ ਰੇਟ ਇਨ ਪੰਜਾਬ। ਇਹ ਦੇਖੋ ਪਾਰਲੀਮੈਂਟ ਦੇ ਸੈਸ਼ਨ ਚੱਲਦੇ ਰਹਿੰਦੇ ਹੈ, ਉਸ 'ਚ ਡਿਸਕਸ਼ਨ ਇਹ ਡਾਟਾ ਮਿਨਿਸਟਰ ਆਫ ਸਟੇਟ ਆਫ ਹੋਮ ਅਫੇਅਰਸ ਨੇ ਪ੍ਰਜੈਂਟ ਕੀਤਾ ਹੈ ਕਿ ਪੰਜਾਬ 'ਚ ਜੋ ਕ੍ਰਾਈਮ ਰੇਟ ਹੈ ਉਹ ਕਾਫੀ ਘੱਟ ਹੈ। ਅਗਰ ਤੁਸੀਂ ਪੂਰੇ ਇੰਡੀਆ ਦੀ ਰੈਂਕਿੰਗ ਦੇਖੋ ਤਾਂ ਪੰਜਾਬ ਦਾ ਨੰਬਰ ਜਿਹੜਾ ਹੈ 17th ਨੰਬਰ 'ਤੇ ਆਉਂਦਾ ਹੈ। ਤਾਂ ਮਤਲਬ ਪੰਜਾਬ ਕੰਪੈਰੀਟਿਵਲੀ ਜਿਹੜੀ ਹੈ ਲੋ ਕ੍ਰਾਈਮ ਰੇਟ ਵਾਲੀ ਜਗ੍ਹਾ ਹੈ, ਤੁਸੀਂ ਕਹਿ ਸਕਦੇ ਹੋ। ਅਗਰ ਤੁਸੀਂ ਇਹ ਡਾਟਾ ਵੀ ਦੇਖੋ, ਹਰਿਆਣਾ 'ਚ ਅਗਰ 700 ਆਲਮੋਸਟ 700 ਕ੍ਰਾਈਮ ਹੋਏ ਨੇ, ਤਾਂ ਪੰਜਾਬ 'ਚ ਸਿਰਫ 240 ਦੇ ਅਰਾਊਂਡ ਜਿਹੜੇ ਆ ਕ੍ਰਾਈਮ ਹੋਏ ਨੇ। ਰਾਜਸਥਾਨ 'ਚ ਅਗਰ ਤੁਸੀਂ ਦੇਖੋ ਤਾਂ 250 ਦੇ ਅਰਾਊਂਡ ਹੈ, HP 'ਚ 350 ਦੇ ਅਰਾਊਂਡ ਹੈ।
ਤਾਂ ਪੰਜਾਬ ਕੰਪੈरेटिवली ਤੁਸੀਂ ਕਹਿ ਸਕਦੇ ਹੋ ਸੇਫਰ ਸਟੇਟ ਹੈ। ਇਹ ਡਾਟਾ ਵੀ ਤੁਸੀਂ ਆਨਸਰਸ ਲਿਖਦੇ ਹੋਏ ਯੂਜ਼ ਕਰ ਸਕਦੇ ਹੋ, ਤਾਂ ਕਰਕੇ ਮੈਂ ਇਸ ਡਿਸਕਸ਼ਨ 'ਚ ਇਨਕਲੂਡ ਕੀਤਾ ਹੈ। ਥੋੜਾ ਸਾਈਡ ਤੇ ਲਿਖ ਕੇ ਰੱਖੋ ਕਿ ਇਹ ਪਾਰਲੀਮੈਂਟ 'ਚ ਇਹ ਡਾਟਾ ਦਿੱਤਾ ਗਿਆ ਹੈ। ਦੈਨ ਪੋਜ਼ਿਟਿਵ ਜਦ ਕੁਛ ਐਸਪੈਕਟ ਲਿਖਣਾ ਹੈ ਤੁਸੀਂ ਪੰਜਾਬ ਦਾ, ਉਦੋਂ ਇਹ ਯੂਜ਼ ਕਰ ਸਕਦੇ ਹੋ। ਈਵਨ ਇੰਟਰਵਿਊਜ਼ 'ਚ ਵੀ ਇਹ ਡਾਟਾ ਤੁਸੀਂ ਯੂਜ਼ ਕਰ ਸਕਦੇ ਹੋ। ਨਾਓ ਲਾਸਟ ਨਿਊਜ਼ ਫॉर ਟੁਡੇ ਦੈਟ ਵੀ ਆਰ ਗੋਇੰਗ ਟੂ ਡਿਸਕਸ, ਇਹ ਹੈਗੀ ਆਪਣੀ ਸ਼ਹੀਦੀ ਜੋੜ ਮੇਲਾ। ਬਹੁਤ ਹੀ ਇੰਪੋਰਟੈਂਟ ਹੈ ਕਲਚਰ ਦੇ ਪਰਸਪੈਕਟਿਵ ਤੋਂ। ਤਾਂ ਆਪਾਂ ਬਸ ਇਹ ਜਾਣਨਾ ਹੈ ਕਿ ਸ਼ਹੀਦੀ ਜੋੜ ਮੇਲਾ ਕਿਆ ਹੁੰਦਾ ਹੈ। ਠੀਕ ਹੈ ਜੀ, ਦੇਖੀਏ 3 ਦਿਨ ਦਾ ਐਨੂਅਲ ਫੰਕਸ਼ਨ ਹੈ, ਮਤਲਬ ਹਰ ਸਾਲ 3 ਦਿਨ ਲਈ ਇਹ ਫੰਕਸ਼ਨ ਹੁੰਦਾ ਹੈ। ਰੋਪੜ ਦੇ ਵਿੱਚ ਇਹ ਜੋ ਫੰਕਸ਼ਨ ਹੈ ਆਰਗੇਨਾਈਜ਼ ਕੀਤਾ ਜਾਂਦਾ ਹੈ। ਦਸੰਬਰ ਦੇ ਮਹੀਨੇ ਵਿੱਚ ਹਰ ਸਾਲ ਕੰਡਕਟ ਕੀਤਾ ਜਾਂਦਾ ਹੈ। ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਵਿੱਚ ਇਹ ਸਪੈਸ਼ਲੀ ਕੰਡਕਟ ਕੀਤਾ ਜਾਂਦਾ ਹੈ। ਠੀਕ ਹੈ ਜੀ, ਕਿਹੜੇ ਡਿਸਟ੍ਰਿਕਟ 'ਚ ਆਉਂਦਾ ਆਪਣਾ? ਫਤਿਹਗੜ੍ਹ ਸਾਹਿਬ ਡਿਸਟ੍ਰਿਕਟ 'ਚ। ਠੀਕ ਹੈ, ਹੁਣ ਇਹ ਸ਼ਹੀਦੀ ਜੋੜ ਮੇਲਾ ਕੀਤਾ ਹੀ ਕਿਉਂ ਕੰਡਕਟ ਜਾਂਦਾ ਹੈ? ਤਾਂ ਦੇਖੋ, ਜਿਹੜੇ ਆਪਣੇ 10th ਗੁਰੂ ਸੀ ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਦੇ ਦੋਨੋਂ ਸਾਹਿਬਜ਼ਾਦਿਆਂ ਨੂੰ ਤੁਸੀਂ ਜਾਣਦੇ ਹੀ ਹੋ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਨੂੰ ਜਿਹੜਾ ਹੈ ਦੀਵਾਰ ਦੇ ਵਿੱਚ ਜਿਉਂਦਿਆਂ ਜੀ ਜਿਹੜਾ ਚਿਣਵਾ ਦਿੱਤਾ ਗਿਆ ਸੀ। ਤੁਹਾਨੂੰ ਪਤਾ ਹੀ ਹੈ ਕਿ ਸਰਹੰਦ ਦੇ ਗਵਰਨਰ ਵਜ਼ੀਰ ਸਿੰਘ ਨੇ ਇਹ ਕੰਮ ਕੀਤਾ ਸੀ। ਜਦ ਇਹ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਨੇ ਇਸਲਾਮ 'ਚ ਕਨਵਰਟ ਹੋਣ ਲਈ ਕਿਹਾ, ਇਹਨਾਂ ਨੇ ਸਾਫ਼-ਸਾਫ਼ ਇਨਕਾਰ ਕਰਤਾ। ਐਜ਼ ਅ ਰਿਜ਼ਲਟ ਵਜ਼ੀਰ ਖਾਨ ਨੇ ਉਹਨਾਂ ਨੂੰ ਦੀਵਾਰ ਵਿੱਚ ਚੁਣਵਾਉਣ ਦਾ ਆਦੇਸ਼ ਦਿੱਤਾ ਸੀ। ਤਾਂ ਇਸੇ ਹੀ ਮਾਰਟੀਅਰਡਮ ਨੂੰ ਸੈਲੀਬ੍ਰੇਟ ਕਰਨ ਲਈ, ਇਹਨਾਂ ਦੀ ਬਹਾਦਰੀ ਨੂੰ ਸੈਲੀਬ੍ਰੇਟ ਕਰਨ ਲਈ ਸ਼ਹੀਦੀ ਜੋੜ ਮੇਲਾ ਹਰ ਸਾਲ 3 ਦਿਨਾਂ ਲਈ ਫਤਿਹਗੜ੍ਹ ਸਾਹਿਬ ਗੁਰਦੁਆਰੇ ਵਿੱਚ ਕੰਡਕਟ ਕੀਤਾ ਜਾਂਦਾ ਹੈ। ਠੀਕ ਹੈ ਜੀ, ਇਸ ਲਈ ਇਹ ਬਹੁਤ ਇੰਪੋਰਟੈਂਟ ਹੈ। ਪ੍ਰੀਲਿਮਸ 'ਚ ਇਸ 'ਤੇ ਕੁਐਸਚਨ ਆ ਸਕਦਾ ਹੈ, ਤਾਂ ਇਹ ਡਿਟੇਲ ਤੁਸੀਂ ਯਾਦ ਰੱਖੋ। ਠੀਕ ਹੈ ਜੀ, ਦੈਟ ਵਾਜ਼ ਆਲ ਅਬਾਊਟ ਦਿਸ ਡਿਸਕਸ਼ਨ। ਇਹ ਤੁਹਾਡੇ ਲਈ ਬਹੁਤ ਲਾਭਦਾਇਕ ਹੈ। ਜਿਹੜੇ ਵੀ ਪੁਆਇੰਟਸ ਇੱਥੇ ਡਿਸਕਸ ਹੋਏ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰਨ ਦੀ ਕੋਸ਼ਿਸ਼ ਕਰੋ। ਤੁਸੀਂ ਐਗਜ਼ਾਮ 'ਚ ਬਹੁਤ ਫਰਕ ਦੇਖੋਗੇ, ਆਪਦੇ ਆਨਸਰ ਰਾਈਟਿੰਗਸ 'ਚ ਬਹੁਤ ਫਰਕ ਦੇਖੋਗੇ। ਠੀਕ ਹੈ ਜੀ, ਦੈਟ ਵਾਜ਼ ਆਲ ਫॉर ਟੁਡੇ। ਫੇਰ ਮਿਲਾਂਗੇ ਨਵੇਂ ਕਰੰਟ ਅਫੇਅਰਸ ਨਾਲ। ਧੰਨਵਾਦ।